तूत लाया गया, जामन लाई गई है, अमरूद लाया गया। इस तरह फ्रूट के बूटे ਵਿੱਚ ਟਾਵੇਂ ਲਾਏ ਗਏ ਨੇ ਕਿਉਂਕਿ ਜਿਹੜਾ ਉਹ ਜਾਨਵਰਾਂ ਨੂੰ ਵੀ ਜਿਹੜਾ ਹੈਗਾ ਖਾਣ ਵਾਸਤੇ ਜਿਹੜਾ ਹੈਗਾ ਫਰੂਟ ਸਮੇਂ-ਸਮੇਂ ਜਿਹੜਾ ਮਿਲਦਾ ਰਹੇ ਔਰ ਇਸ ਜੰਗਲ ਦੇ ਵਿੱਚ ਜਿਹੜਾ ਜਾਨਵਰਾਂ ਦੀ ਚਹਿਲ ਪਹਿਲ ਰਹੇ। ਕਿਉਂਕਿ ਆਕਸੀਜਨ ਹੈ ਤੇ ਸਾਰਾ ਕੁਝ ਠੀਕ ਹੈ। ਆਕਸੀਜਨ ਹੈਗੀ ਹੈ ਤੇ ਤੁਹਾਡੀਆਂ ਬਾਰਿਸ਼ਾਂ ਵੀ ਵੱਧ ਪੈਣਗੀਆਂ ਤੇ ਤੁਹਾਡਾ ਜਿਹੜਾ ਵਾਤਾਵਰਨ ਵੀ ਸਾਫ਼ ਹੋਊਗਾ ਔਰ ਜਿਹੜੀਆਂ ਹੈਗੀਆਂ ਤੁਹਾਡੀਆਂ ਬਿਮਾਰੀਆਂ ਜਿਹੜੀਆਂ ਹੈਗੀਆਂ ਉਹ ਵੀ ਸਾਰੀਆਂ ਘਟਣਗੀਆਂ। ਜੇ ਦਰਖਤ ਹੋਣਗੇ ਸਾਨੂੰ ਜਿਹੜਾ ਹੈਗਾ ਅਸੀਂ ਬਿਮਾਰੀਆਂ ਤੋਂ ਔਰ ਵਾਤਾਵਰਨ ਨੂੰ ਸ਼ੁੱਧ ਕਰ ਸਕਦੇ ਹਾਂ ਔਰ ਸਾਡੇ ਜਿਹੜੀਆਂ ਬਾਰਿਸ਼ਾਂ ਹੋਣਗੀਆਂ ਪਾਣੀ ਦਾ ਲੈਵਲ ਵੀ ਸਾਡਾ ਜਿਹੜਾ ਹੈਗਾ ਉੱਚਾ ਹੋਊਗਾ। ਇਹ ਰੁੱਖ ਜਿਹੜੇ ਆ ਹੁਣ ਇਹ ਜੰਗਲ ਆ, ਜੰਗਲ 48,000 ਬੂਟਾ ਲੱਗਿਆ। ਇੱਥੋਂ ਜਿਹੜੀ ਹੈਗੀ ਆ ਆਕਸੀਜਨ ਕਰੋੜਾਂ ਰੁਪਈਏ ਦੀ ਆਕਸੀਜਨ ਜਿਹੜੀ ਹੈਗੀ ਆ ਇਹ ਲੋਕਾਂ ਨੂੰ ਜਾਣੀ ਹੈ। ਜਲ, ਜੰਗਲ, ਜ਼ਮੀਨ ਤੇ ਹਵਾ। ਮਨੁੱਖੀ ਜ਼ਿੰਦਗੀ ਲਈ ਇਹ ਚਾਰੋਂ ਚੀਜ਼ਾਂ ਬਹੁਤ ਮਹੱਤਵਪੂਰਨ ਹੈ। ਪੰਜਾਬ ਦੇ ਸੰਦਰਭ ਦੇ ਵਿੱਚ ਜਦੋਂ ਇਹਨਾਂ ਚਾਰਾਂ ਚੀਜ਼ਾਂ ਦਾ ਜ਼ਿਕਰ ਕਰਦੇ ਹਾਂ ਤੇ ਲੱਗਦਾ ਕਿ ਕੰਕਰੀਟ ਦੇ ਜੰਗਲ ਤਾਂ ਬਹੁਤ ਸਾਰੇ ਸਾਨੂੰ ਮਿਲ ਜਾਣਗੇ, ਪਰ ਸਹੀ ਮਾਇਨਿਆਂ ਦੇ ਵਿੱਚ ਜੰਗਲ ਕੁਝ ਗਿਣਵੇਂ ਚੁਣਵੇਂ ਜਿਹੜੇ ਆ ਉਹ ਬਾਕੀ ਬਚੇ ਨੇ। ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਵੇਲੇ ਜੰਗਲਾਤ ਵਿਭਾਗ ਦੇ ਵੱਲੋਂ ਕਿ ਪੰਜਾਬ ਦੇ ਵਿੱਚ ਜੰਗਲ ਇੱਕ ਵਾਰ ਪੁਨਰ ਸੁਰਜੀਤ ਹੋਣ, ਇਹਨਾਂ ਜੰਗਲਾਂ ਦੇ ਨਾਲ ਜੰਗਲੀ ਜੀਵ ਇੱਕ ਵਾਰ ਪੁਨਰ ਸੁਰਜੀਤ ਹੁੰਦੇ ਹੋਣ, ਕਿਉਂਕਿ ਇਹ ਜੰਗਲ ਇਕੱਲੇ ਜੰਗਲੀ ਜੀਵਾਂ ਲਈ ਨਹੀਂ ਬਲਕਿ ਉਹਦੇ ਨਾਲ ਸਾਫ਼ ਹਵਾ, ਵਾਤਾਵਰਨ ਨੂੰ ਜਿਹੜੀ ਸ਼ੁੱਧਤਾ ਪ੍ਰਦਾਨ ਕਰਨ ਲਈ ਵੀ ਕੰਮ ਕਰਨਗੇ ਤੇ ਇਹ ਮਨੁੱਖੀ ਜ਼ਿੰਦਗੀ ਲਈ ਵੀ ਬਿਹਤਰੀਨ ਹੋਣਗੇ। ਇਸ ਵੇਲੇ ਅਸੀਂ ਜਗਰਾਓਂ ਦੇ ਵਿੱਚ ਪਹੁੰਚੇ ਹੋਏ ਹਾਂ। ਜਗਰਾਓਂ ਦੇ ਵਿੱਚ ਸਤਲੁਜ ਦਰਿਆ ਦੇ ਐਨ ਕੰਢੇ ਕਿਸੇ ਸਮੇਂ ਜੰਗਲਾਤ ਵਿਭਾਗ ਦੀ ਜ਼ਮੀਨ ਜਿਹਦੇ ਉੱਤੇ ਕੁਝ ਲੋਕਾਂ ਦਾ ਕਬਜ਼ਾ ਸੀਗਾ, ਬਕਾਇਦਾ ਤਰੱਦਦ ਕੀਤਾ ਗਿਆ। ਲਗਭਗ 227 ਏਕੜ ਜ਼ਮੀਨ ਜਿਹਦੇ ਤੋਂ ਉਹਨਾਂ ਕਬਜ਼ੇ ਨੂੰ ਉਸ ਨੂੰ ਛੁਡਵਾਇਆ ਗਿਆ ਤੇ ਹੁਣ ਇਹਦੇ ਉੱਤੇ ਜੰਗਲ ਲਾ ਦਿੱਤਾ ਗਿਆ ਔਰ ਇਹ ਜੰਗਲ ਪੰਜਾਬ ਨੂੰ ਹੋਰ ਜ਼ਿਆਦਾ ਬਿਹਤਰ ਵਾਤਾਵਰਨ ਦੇਣ ਦੇ ਵਿੱਚ ਮਦਦਗਾਰ ਸਾਬਤ ਹੋ ਜਾਏਗਾ। ਇਸ ਵੇਲੇ ਅਸੀਂ ਉਸੇ ਜੰਗਲ ਦੇ ਵਿੱਚ ਹਾਂ ਔਰ ਸਾਡੇ ਨਾਲ ਜੰਗਲਾਤ ਵਿਭਾਗ ਦੇ ਕੁਝ ਅਧਿਕਾਰੀ ਵੀ ਮੌਜੂਦ ਨੇ। ਜਗਰਾਓਂ ਤੋਂ ਫੋਰੈਸਟ ਡਿਪਾਰਟਮੈਂਟ ਦੇ ਰੇਂਜ ਆਫਿਸਰ ਮੋਹਨ ਸਿੰਘ ਹੋਰੀ ਸਾਡੇ ਨਾਲ ਮੌਜੂਦ ਨੇ। ਮੋਹਨ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਜੀ ਆਇਆਂ ਕਹਿੰਦੇ ਟੀਵੀ ਪੰਜਾਬ ਤੇ। ਨਮਸਕਾਰ ਜੀ ਸਾਰਿਆਂ ਨੂੰ, ਬਹੁਤ ਬਹੁਤ ਧੰਨਵਾਦ ਜਿਹੜਾ ਟੀਵੀ ਪੰਜਾਬ ਦੇ ਚੈਨਲ ਤਮਾਦੀਆਂ ਰਾਹੀਂ ਜਿਹੜਾ ਹੈਗਾ ਇਹ ਜਿਹੜੇ ਸਾਰੇ ਮਹਿਕਮੇ ਦੇ ਕੀਤੇ ਕੰਮਾਂ ਨੂੰ ਜਿਹੜਾ ਤੁਸੀਂ ਲੋਕਾਂ ਦੇ ਵਿੱਚ ਜਿਹੜਾ ਹੈਗਾ ਘਰ ਘਰ ਜਿਹੜਾ ਪਹੁੰਚਾ ਰਹੇ ਹੋ ਔਰ ਤੁਹਾਡਾ ਬਹੁਤ ਬਹੁਤ ਧੰਨਵਾਦ। ਇੱਥੇ ਆਇਆਂ ਨੂੰ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ, ਸਾਰੀ ਟੀਮ ਨੂੰ ਬਹੁਤ ਧੰਨਵਾਦ ਜੀ ਸਾਰੇ। ਇਹ ਤਾਂ ਹੀ ਕਰਕੇ ਆਏ ਆ ਕਿਉਂਕਿ ਤੁਸੀਂ ਕੰਮ ਕੀਤਾ ਆ। ਵਿਭਾਗ ਭਾਵੇਂ ਸਰਕਾਰੀ ਹੋਵੇ ਤੇ ਭਾਵੇਂ ਨਿੱਜੀ ਲੋਕ ਹੋਣ, ਜੇ ਕੰਮ ਕਰਨਗੇ ਤਾਂ ਅਸੀਂ ਉਹਨਾਂ ਦੇ ਕੋਲ ਜਾਵਾਂਗੇ, ਉਸ ਕੰਮ ਦੀ ਤਾਰੀਫ ਵੀ ਹੋਏਗੀ ਤੇ ਜਿੱਥੇ ਊਣਤਾਈਆਂ ਹੋਣਗੀਆਂ ਅਸੀਂ ਉੱਥੇ ਵੀ ਉਂਗਲ ਜਿਹੜੀ ਆ ਉਹ ਜ਼ਰੂਰ ਚੁੱਕਾਂਗੇ, ਕਿੰਤੂ ਪਰੰਤੂ ਉੱਥੇ ਵੀ ਜਿਹੜਾ ਜ਼ਰੂਰ ਕੀਤਾ ਜਾਏਗਾ। ਹੁਣ ਜਦੋਂ ਇਸ ਜ਼ਮੀਨ ਦੀ ਗੱਲ ਕਰਦੇ ਹਾਂ, 227 ਏਕੜ ਜ਼ਮੀਨ ਹੈ, ਥੋੜ੍ਹੀ ਨਹੀਂ ਹੁੰਦੀ। 227 ਏਕੜ ਕਬਜ਼ਾ ਸੀਗਾ ਤੇ ਇਸ ਕਬਜ਼ੇ ਨੂੰ ਛੁਡਵਾਉਣ ਲੱਗਿਆਂ ਵੀ ਬਹੁਤ ਸਾਰੀਆਂ ਦਿੱਕਤਾਂ ਦਰਪੇਸ਼ ਆਈਆਂ ਹੋਣਗੀਆਂ ਤੇ ਉਸ ਤੋਂ ਬਾਅਦ ਇਸ ਇਲਾਕੇ ਨੂੰ ਜੰਗਲ ਦੇ ਤੌਰ ਤੇ ਜਿਹੜਾ ਆ ਉਹ ਵਿਕਸਿਤ ਕਰਨ ਲਈ ਵੀ ਬਹੁਤ ਸਾਰੀਆਂ ਦਿੱਕਤਾਂ ਆਈਆਂ ਹੋਣਗੀਆਂ। ਕਿਹੜੀਆਂ ਦਿੱਕਤਾਂ ਸੀ, ਕਿਸ ਤਰੀਕੇ ਨਾਲ ਉਹਨਾਂ ਦਿੱਕਤਾਂ ਦੇ ਵਿੱਚੋਂ ਜੰਗਲਾਤ ਵਿਭਾਗ ਜਿਹੜਾ ਉਹ ਪਾਰ ਪਾ ਕੇ ਆਇਆ? ਬਿਲਕੁਲ ਜੀ, ਇੱਥੇ ਕੋਟ ਉਮਰਾ ਜੰਗਲ 147 ਏਕੜ ਔਰ ਗੋਰਸੀਆਂ ਖਾਂ ਮੁਹੰਮਦ ਦਾ ਜਿਹੜਾ 80 ਏਕੜ ਏਰੀਆ ਤੇ ਟੋਟਲ 227 ਏਕੜ ਜਿਹੜਾ ਏਰੀਆ ਇਹ ਨਜਾਇਜ਼ ਕਬਜ਼ੇ ਅਧੀਨ ਸੀ, ਜਿਹੜਾ ਕਿ ਲੋਕੀ ਜਿਹੜੇ ਇੱਥੇ ਉਸ ਟਾਈਮ ਬਹਿੰਦੇ ਸੀਗੇ ਔਰ ਇਹਦੀ ਜਿਹੜੀ ਮਾਲਕੀ ਆ ਮਹਿਕਮਾ ਜੰਗਲਾਤ ਦੀ ਸੀ ਔਰ ਗਰਦਾਵਰੀ ਵੀ ਜਿਹੜੀ ਹੈ ਮਹਿਕਮਾ ਜੰਗਲਾਤ ਦੀ ਸੀ ਔਰ ਇਹਦੇ ਉੱਤੇ ਜਿਹੜਾ ਹੈਗਾ ਜਦੋਂ ਛਡਾਉਣ ਟਾਈਮ ਜਿਹੜਾ ਹੈਗਾ ਲੋਕਾਂ ਵੱਲੋਂ ਜਿਹੜੀਆਂ ਫਸਲਾਂ ਬੀਜੀਆਂ ਜਾਂ ਉਹਨਾਂ ਤੋਂ ਜਿਹੜਾ ਹੈਗਾ ਉਹਨੂੰ ਕਬਜ਼ਾ ਜਦੋਂ ਛਡਵਾਇਆ ਗਿਆ, ਮਾਨਯੋਗ ਮੁੱਖ ਮੰਤਰੀ ਜੀ ਤੇ ਸਾਡੇ ਮੰਤਰੀ ਜੀ ਧਰਮਸੋਤ ਜੀ ਔਰ ਸਾਡੇ ਹੈਡ ਆਫ ਦੀ ਡਿਪਾਰਟਮੈਂਟ ਸਾਰੇ ਮਹਿਕਮੇ ਦੇ ਜਿਹੜੇ ਹੈਗੇ ਆ ਔਰ ਖਾਸ ਕਰਕੇ ਸਾਡੇ DC ਸਾਹਿਬ ਲੁਧਿਆਣਾ ਜੀ ਔਰ ਪ੍ਰਸ਼ਾਸਨ ਵੱਲੋਂ ਬੜੀ ਮਦਦ ਕਰਕੇ ਜਿਹੜਾ ਹੈਗਾ ਇਹਦੀ ਡਿਮਾਰਕੇਸ਼ਨ ਕੀਤੀ ਗਈ। 11/2017 ਨੂੰ ਜਿਹੜੀ ਇਹਦੀ ਡਿਮਾਰਕੇਸ਼ਨ ਹੋਈ ਆ। ਉਸ ਤੋਂ ਬਾਅਦ ਜਿਹੜਾ ਹੈਗਾ ਇਹ ਜਿਹੜਾ ਕਬਜ਼ਾ ਛਡਾ ਕੇ ਜਿਹੜਾ ਬੂਟੇ ਲਗਾਏ ਗਏ ਔਰ 2018 ਦੇ ਤੋਂ ਲੈ ਕੇ ਹੁਣ ਤੱਕ ਜਿਹੜੇ ਹੈਗੇ ਇੱਥੇ ਇਹ 227 ਏਕੜ ਕਬਜ਼ਾ ਛਡਾ ਕੇ 48,000 ਬੂਟਾ ਜਿਹੜਾ ਲਾ ਕੇ ਇਹ ਜੰਗਲ ਜਿਹੜਾ ਕਾਮਯਾਬ ਕੀਤਾ ਗਿਆ। ਔਰ ਇੱਥੇ ਮੁਸ਼ਕਿਲਾਂ ਜਿਹੜੀਆਂ ਹੈਗੀਆਂ ਆਉਂਦੀਆਂ ਹੀ ਆ ਕਿਉਂਕਿ ਕੋਈ ਜਦੋਂ ਅਸੀਂ ਬੂਟੇ ਲਾਏ ਆ ਪਹਿਲਾਂ ਤਾਂ ਵਿਰੋਧ ਜਿਹੜਾ ਹੈਗਾ ਲੋਕ ਜਦੋਂ ਜ਼ਮੀਨ ਵਾਹੁੰਦੇ ਸੀ, ਫਸਲਾਂ ਬੀਜਦੇ ਸੀਗੇ ਅਤੇ ਜਿਹੜਾ ਹੈਗਾ ਉਹਨਾਂ ਤੋਂ ਛਡਾਉਣਾ ਹੈਗਾ ਅਤੇ ਲੋਕਾਂ ਨੂੰ ਥੋੜ੍ਹੀ ਪ੍ਰੋਬਲਮ ਤਾਂ ਜਿਹੜੀ ਹੁੰਦੀ ਹੈ। ਪਰ
ਇਹ ਵੀ ਹੈ ਨਹੀਂ ਵੀ ਸਾਰੇ ਲੋਕਾਂ ਨੂੰ ਜਿਹੜੀ ਹੋਈ ਹੈ ਕਿ ਤਕਰੀਬਨ 10% ਜਿਹੜੇ ਲੋਕ ਸੀਗੇ ਜਿਨ੍ਹਾਂ ਨੇ ਇਹ ਇੱਥੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ। ਤੇ ਬਾਕੀ ਜਿਹੜਾ ਇਹ ਜੰਗਲ ਲੱਗਣ ਦੇ ਨਾਲ ਜਿਹੜਾ ਹੈਗਾ ਬਾਕੀ ਲੋਕਾਂ ਨੂੰ ਜਿਹੜੀ ਹੈਗੀ ਆ ਬੜੀ ਸਹੂਲਤ ਮਿਲੀ ਆ ਔਰ ਬੜੇ ਜਿਹੜੇ ਹੈਗੇ ਆ ਲੋਕ ਬਾਕੀ ਧੰਨਵਾਦ ਕਰਦੇ ਨੇ ਕਿਉਂਕਿ ਪਿੰਡ ਦੇ ਵਿੱਚ ਜਿਹੜਾ ਜੰਗਲ ਉਹਨਾਂ ਦੇ ਵਿਕਸਿਤ ਹੋਇਆ ਔਰ ਜੰਗਲ ਜਿਹੜਾ ਹੈਗਾ ਖੜਾ ਬਹੁਤ ਵਧੀਆ। ਤੁਸੀਂ ਜਿਹੜਾ ਹੈਗਾ ਸਾਰਾ ਦੇਖ ਹੀ ਰਹੇ ਹੋ, ਸਾਡੇ ਕੋਲ ਆ ਕੇ ਜਿਹੜਾ ਤੁਸੀਂ ਵਿਜ਼ਿਟ ਕੀਤੀ ਹੈ। ਅਸੀਂ ਤਾਂ ਪੂਰਾ ਜੰਗਲ ਤੁਸੀਂ ਘੁਮਾਤਾ ਆਪਣੀ ਗੱਡੀ ਦੇ ਵਿੱਚ ਬਿਠਾ ਕੇ, ਓਪਨ ਜੀਪ ਦੇ ਵਿੱਚ ਬਿਠਾ ਕੇ, ਤੇ ਮੇਰਾ ਖਿਆਲ ਹੈ ਕਿ ਦਰਸ਼ਕਾਂ ਨੂੰ ਵੀ ਉਹ ਤਸਵੀਰਾਂ ਜਿਹੜੀਆਂ ਅਸੀਂ ਜ਼ਰੂਰ ਦਿਖਾਵਾਂਗੇ ਕਿ ਕਿਸ ਤਰੀਕੇ ਨਾਲ ਜਿਹੜਾ ਇਹ ਜੰਗਲ ਵਿਕਸਿਤ ਕੀਤਾ ਗਿਆ। ਪਹਿਲਾਂ ਜੰਗਲ ਨਹੀਂ ਸੀਗਾ ਕਿਉਂਕਿ ਇੱਥੇ ਬਹੁਤ ਸਾਰੀ ਜ਼ਰੂਰਤ ਇਸ ਚੀਜ਼ ਦੀ ਹੈਗੀ ਆ ਪੰਜਾਬ ਦੇ ਵਿੱਚ ਕਿ ਜ਼ਮੀਨ ਨੂੰ ਤਾਂ ਅਸੀਂ ਖਾਦਾਂ ਪਾ ਕੇ, ਪੈਸਟੀਸਾਈਡਸ ਪਾ ਕੇ ਹੌਲੀ ਬੰਜਰ ਕਰਨਾ ਸ਼ੁਰੂ ਕਰ ਦਿੱਤਾ ਤੇ ਉਹਦੇ ਤੋਂ ਪਾਰ ਪਾਉਣ ਦੀਆਂ ਹੁਣ ਯੋਜਨਾਵਾਂ ਵੀ ਲੱਭੀਆਂ ਜਾ ਰਹੀਆਂ ਨੇ। ਪਾਣੀਆਂ ਨੂੰ ਗੰਧਲਾ ਕੀਤਾ ਜਾ ਚੁੱਕਾ ਸੀ। ਸਤਲੁਜ ਦਰਿਆ ਦੇ ਬਿਲਕੁਲ ਕੰਢੇ ਖੜੇ ਆ ਇਸ ਜੰਗਲ ਤੇ। ਸਤਲੁਜ ਦਰਿਆ ਦੇ ਵਿੱਚ ਕੀ ਕੁਝ ਕੀਤਾ ਗਿਆ, ਕਿਸ ਤਰੀਕੇ ਨਾਲ ਇੰਡਸਟਰੀਆਂ ਦਾ ਪਾਣੀ ਪੈ ਕੇ ਜਿਹੜਾ ਉਹਨੂੰ ਗੰਧਲਾ ਕੀਤਾ ਗਿਆ, ਤੇ ਹਵਾ ਨੂੰ ਬਚਾਉਣਾ ਹੈ ਤੇ ਫਿਰ ਜੰਗਲ ਹੀ ਕੰਮ ਆਉਣਗੇ। ਹੁਣ ਜਦੋਂ ਜੰਗਲਾਂ ਦੀ ਗੱਲ ਕਰਦੇ, ਤੁਸੀਂ ਦੱਸਿਆ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਸ ਜੰਗਲ ਦੇ ਵਿੱਚ ਬੂਟੇ ਲਾਏ ਗਏ ਆ। ਕੋਈ ਖਾਸ ਧਿਆਨ ਰੱਖਿਆ ਗਿਆ ਬੂਟੇ ਲਾਉਣ ਲੱਗਿਆ ਕਿ ਆਹ ਬੂਟਾ ਜਿਹੜਾ ਉਹ ਜੰਗਲ ਦੇ ਲਈ ਬਿਲਕੁਲ ਸੂਟ ਬੈਠੇਗਾ, ਇਹ ਲਾਉਣਾ ਆ, ਆਹ ਬੂਟਾ ਜੰਗਲ ਦੇ ਵਿੱਚ ਨਹੀਂ ਹੋਣਾ ਚਾਹੀਦਾ ਕਿਉਂਕਿ ਇਹਦੇ ਨਾਲ ਜਿਹੜਾ ਉਹ ਕੋਈ ਮੁਸ਼ਕਲ ਦਰਪੇਸ਼ ਆ ਸਕਦੀ, ਜਾਂ ਜਿੱਦਾਂ ਲੱਗਾ ਜਿਹੜਾ ਬੂਟਾ ਹੱਥ ਆਇਆ ਉਹ ਠੋਕ ਦਿੱਤਾ? ਨਹੀਂ ਜੀ, ਇਹ ਜਿਹੜਾ ਹੈਗਾ ਖਾਸ ਕਰਕੇ ਜਿਹੜੀ ਹੈਗੀ ਹੈ ਇਹ ਚੁਆਇਸ ਕਿ ਹੁੰਦੀ ਹੈ ਪੰਜਾਬ ਦੇ ਵਿੱਚ ਜਿਹੜੀ ਟਾਹਲੀ ਹੈ। ਟਾਹਲੀ ਜਿਹੜੀ ਹੈਗੀ ਹੈ ਇੱਥੇ 75% ਜਿਹੜੀ 48,000 ਬੂਟੇ ਦੇ ਵਿੱਚੋਂ 75% ਟਾਹਲੀ ਲਾਈ ਗਈ ਹੈ। ਤੇ ਉਸ ਤੋਂ ਬਾਅਦ ਜਿਹੜੀ 25% ਜਿਹੜੀ ਲਾਈ ਆ ਉਹਦੇ ਵਿੱਚ ਅਰਜਨ ਤੇ ਦੇਸੀ ਕਿੱਕਰ। ਫਿਰ ਇਹਦੇ ਵਿੱਚ ਜਿਹੜੇ ਹੈਗੇ ਆ ਜਾਨਵਰਾਂ ਵਾਸਤੇ ਜਿਹੜੇ ਚਿੜੀਆਂ ਪੰਛੀ ਨੇ ਜਾਂ ਉਹਨਾਂ ਵਾਸਤੇ ਜਿਵੇਂ ਤੂਤ ਲਾਇਆ ਗਿਆ, ਜਾਮਣ ਲਾਈ ਗਈ ਆ, ਅਮਰੂਦ ਲਾਇਆ ਗਿਆ। ਇਸ ਤਰ੍ਹਾਂ ਫਰੂਟ ਦੇ ਬੂਟੇ ਵਿੱਚ ਟਾਵੇਂ ਲਾਏ ਗਏ ਨੇ ਕਿਉਂਕਿ ਜਿਹੜਾ ਉਹ ਜਾਨਵਰਾਂ ਨੂੰ ਵੀ ਜਿਹੜਾ ਹੈਗਾ ਖਾਣ ਵਾਸਤੇ ਜਿਹੜਾ ਹੈਗਾ ਫਰੂਟ ਸਮੇਂ ਜਿਹੜਾ ਮਿਲਦਾ ਰਹੇ ਔਰ ਇਸ ਜੰਗਲ ਦੇ ਵਿੱਚ ਜਿਹੜਾ ਜਾਨਵਰਾਂ ਦੀ ਚਹਿਲ ਪਹਿਲ ਰਹੇ। ਇਹਨਾਂ ਉਹਨਾਂ ਦੀ ਖੁਰਾਕ ਦਾ ਵੀ ਧਿਆਨ ਰੱਖਿਆ। ਟਾਹਲੀ ਲਾਉਣ ਦੇ ਖਾਸ ਕਾਰਨ ਕੀ ਸੀ? ਕਿਉਂਕਿ ਟਾਹਲੀ ਮੈਂ ਦੇਖਦਾ ਹਾਂ ਕੋਈ ਸਮਾਂ ਹੁੰਦਾ ਸੀ ਪੰਜਾਬ ਦੇ ਵਿੱਚ ਬਹੁਤ ਸਾਰੀ ਟਾਹਲੀ ਹੁੰਦੀ ਸੀਗੀ, ਹੁਣ ਟਾਹਲੀ ਅਲੋਪ ਜੀ ਹੋ ਰਹੀ ਆ, ਕਿੱਕਰ ਵੀ ਅਲੋਪ ਹੋ ਰਹੀ ਆ। ਇਸ ਜੰਗਲ ਦੇ ਵਿੱਚ ਟਾਹਲੀ ਲਾਉਣ ਦਾ ਕੋਈ ਖਾਸ ਮਕਸਦ ਹੈ? ਦੇਖੋ, ਸਾਡੀਆਂ ਜਿਹੜੀਆਂ ਪੁਰਾਣੀ ਵਿਰਾਸਤ ਆ ਜਿਹੜੀ ਆ ਉਹ ਕਾਇਮ ਰੱਖਣ ਵਾਸਤੇ ਜਿਹੜਾ ਹੈਗਾ ਹਮੇਸ਼ਾ ਪੰਜਾਬ ਦੇ ਲੋਕ ਜਿਹੜੇ ਹੈਗੇ ਆ ਅੱਗੇ ਚੱਲਦੇ ਨੇ। ਜਿਨ੍ਹਾਂ ਚੀਜ਼ਾਂ ਨੂੰ ਮੁੱਖ ਰੱਖ ਕੇ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਵਿਰਾਸਤੀ ਬੂਟੇ ਨੇ, ਕਿਉਂਕਿ ਟਾਹਲੀ ਹੈਗੀ ਆ ਇਹ ਸਾਡੀ ਵਿਰਾਸਤੀ ਆ, ਕਿੱਕਰ ਵਿਰਾਸਤੀ ਆ, ਇਹ ਮੈਡੀਸਨ ਬੂਟੇ ਵੀ ਨਹੀਂ। ਅਰਜਨ ਮੈਡੀਸਨ ਹੈਗਾ ਤੇ ਇਹਨਾਂ ਦੇ ਨਾਲ ਅਰਜਨ ਦੇ ਵਿੱਚ ਹੁਣ ਤੁਸੀਂ ਲਾਉਂਦੇ ਹੋ ਤੇ ਅਰਜਨ ਹਾਰਟ ਦੀਆਂ ਜਿੰਨੀਆਂ ਪ੍ਰੋਬਲਮਾਂ ਹੈਗੀਆਂ ਉਹ ਦਵਾਈਆਂ ਦੇ ਵਿੱਚ ਇਹਦਾ ਜਿਹੜਾ ਇਸਤੇਮਾਲ ਹੁੰਦਾ। ਕਿੱਕਰ ਹੈਗੀ ਆ ਜਿਹੜੀ ਉਹ ਤੁਸੀਂ ਪਹਿਲਾਂ ਵੀ ਦੇਖਦੇ ਹੋ, ਕਿੱਕਰਾਂ ਦੇ ਤੁੱਕੇ ਜਾਂ ਪੱਤੇ ਜਾਂ ਉਹਨਾਂ ਦੇ ਜਿਹੜੇ ਹੈਗੇ ਆ ਕੋਮਲ ਫੁੱਲ ਜਿਹੜੇ ਤੋੜ ਕੇ ਜਾਂ ਉਹਨਾਂ ਨੂੰ ਖਾਂਦੇ ਆ, ਉਹਦੇ ਨਾਲ ਪੇਟ ਦੇ ਵਿੱਚ ਜਿਹੜਾ ਹੈਗਾ ਸਰੀਰ ਦੇ ਵਿੱਚ ਨਾ ਤਾਂ ਕੋਈ ਰੇਸ਼ਾ ਵਗੈਰਾ, ਨਾ ਹੀ ਜਿਹੜਾ ਹੈਗਾ ਕੋਈ ਸ਼ੂਗਰ, ਇੱਥੋਂ ਤੱਕ ਕਿ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਦਵਾਈਆਂ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੂੰ ਇਸਤੇਮਾਲ ਕੀਤਾ ਜਾਂਦਾ। ਇਹ ਵਿਰਾਸਤੀ ਜਿਹੜੀਆਂ ਚੀਜ਼ਾਂ ਹੈਗੀਆਂ, ਇਹ ਜਿਹੜੀਆਂ ਹੈਗੀਆਂ ਆਪਾਂ ਇਹਨਾਂ ਨੂੰ ਜਿਹੜਾ ਹੈਗਾ ਇਸ ਕਰਕੇ ਸਾਂਭਣ ਦੀ ਲੋੜ ਆ। ਹੁਣ ਸਾਡੇ ਵਿੱਚ ਦੇਖੀ ਆਪਾਂ ਇਹ ਅਰਜਨ ਨੂੰ ਹੁਣ ਦੇਖ ਕੇ, ਜੇ ਅਰਜਨ ਦੀ ਤੁਸੀਂ ਦਾਤ ਨਹੀਂ ਕਰਦੇ ਰਹਿੰਦੇ ਹੋ, ਅਰਜਨ ਨੂੰ ਜਿਹੜਾ ਹੈਗਾ ਪੀਸ ਕੇ ਤੁਸੀਂ ਪਾਊਡਰ ਬਣਾ ਕੇ ਖਾਂਦੇ ਹੋ, ਤੇ ਤੁਹਾਨੂੰ ਜਿਹੜਾ ਹੈਗਾ ਹਾਰਟ ਅਟੈਕ ਦੀ ਪ੍ਰੋਬਲਮ ਨਹੀਂ ਆ ਸਕਦੀ। ਇੱਕ ਅਰਜਨ ਦੇ ਵਿੱਚ ਆ, ਕਿੱਕਰ ਦੇ ਵਿੱਚ ਵੀ ਇਸ ਤਰ੍ਹਾਂ ਦੀ ਹੈਗੀਆਂ। ਇੱਕ ਸਾਡੇ ਸੰਜਣੇ ਦਾ ਬੂਟਾ ਹੁਣ ਚੱਲਦਾ ਅੱਜ ਕੱਲ੍ਹ। ਸੰਜਣੇ ਦੇ ਵਿੱਚ ਜਿਹੜੀ ਹੈਗੀ ਆ ਜਿਹੜੀਆਂ ਆਮ ਆਪਾਂ ਮੈਡੀਸਨਾਂ ਜਿਹੜੀਆਂ ਬਣਾ ਰਹੇ ਹਾਂ, 300 ਮੈਡੀਸਨ ਦੇ ਵਿੱਚ ਜਿਹੜਾ ਹੈਗਾ ਸੰਜਣੇ ਦਾ ਜਿਹੜਾ ਹੈਗਾ ਇੱਕ ਪਾਊਡਰ ਲਾ ਲਓ ਜਾਂ ਉਹਦੇ ਤੁੱਕੇ ਲਾ ਲਓ, ਜੋ ਵੀ ਜਿਵੇਂ ਵੀ ਇਸਤੇਮਾਲ ਕਰਕੇ ਉਹਨੂੰ ਪਾਊਡਰ ਨਾਲ ਵਿੱਚ ਜਿਹੜਾ ਉਹਨਾਂ ਦੇ ਵਿੱਚ ਵਰਤਿਆ ਜਾਂਦਾ। ਜੇਕਰ ਅਸੀਂ 300 ਦਵਾਈਆਂ ਦੇ ਵਿੱਚ ਵਰਤ ਕੇ ਉਹਨੂੰ ਖਾ ਸਕਦੇ ਹਾਂ, ਕਿਉਂ ਨਹੀਂ ਅਸੀਂ ਉਹਦੇ ਜਿਹੜੇ ਪੱਤੇ ਤੋੜ ਕੇ ਸਲਾਦ ਦੇ ਰੂਪ 'ਚ ਖਾ ਸਕਦੇ? ਕਿਉਂ ਨਹੀਂ ਅਸੀਂ ਪੱਤਿਆਂ ਨੂੰ ਸੁਕਾ ਕੇ ਜਿਹੜਾ ਪਾਊਡਰ ਬਣਾ ਕੇ ਕਿਉਂ ਨਹੀਂ ਖਾ ਸਕਦੇ? ਅਸੀਂ ਕਿਉਂ ਨਹੀਂ ਤੁਸੀਂ ਉਹਨਾਂ ਦੇ ਜਿਹੜੇ ਤੁੱਕੇ ਆ ਉਹਨਾਂ ਦੀਆਂ ਸਬਜ਼ੀਆਂ ਬਣਾ ਕੇ ਕਿਉਂ ਨਹੀਂ ਖਾ ਸਕਦੇ? ਹੁਣ ਕਿੱਕਰ ਆ ਤੁਹਾਡੇ ਜਵਾਬ ਸੁਣਨ ਦੇ ਨਾਲ ਇਹ ਵੀ ਲੱਗਦਾ ਕਿ ਮੈਂ ਕਿਸੇ ਜੰਗਲਾਤ ਵਿਭਾਗ ਦੇ ਅਫਸਰ ਨਾਲ ਨਹੀਂ, ਇੱਕ ਹਕੀਮ ਨਾਲ ਵੀ ਗੱਲ ਕਰ ਰਿਹਾ, ਕਿਉਂਕਿ ਦੇਸੀ ਨੁਕਤੇ ਸਾਡੇ ਪਹਿਲਾਂ ਇੱਦਾਂ ਹੀ ਹੁੰਦੀ ਸੀ ਨਾ ਕਿ ਆਮ ਜੀ ਜ਼ਿੰਦਗੀ ਦੇ ਵਿੱਚ ਆਮ ਜਿਹਾ ਇਲਾਜ ਹੁੰਦੇ ਸੀਗੇ ਤੇ ਉਹ ਇਲਾਜ ਆਂਢ ਗੁਆਂਢ 'ਚੋਂ ਮਿਲ ਜਾਂਦੇ ਸੀ ਕਿਉਂਕਿ ਰੁੱਖ ਇਹ ਸਾਡੇ ਆਂਢ ਗੁਆਂਢ ਲੱਗੇ ਹੁੰਦੇ ਸੀਗੇ। ਅਸੀਂ ਰੁੱਖਾਂ ਨੂੰ ਵੱਢ ਲਿਆ ਤੇ ਉਸ ਇਲਾਜ ਤੋਂ ਵੀ ਟੁੱਟ ਗਏ ਤੇ ਫਿਰ ਹੁਣ ਡਾਕਟਰਾਂ ਦੇ ਕੋਲ ਗੇੜੇ ਲਾਉਂਦੇ ਆ, ਮਹਿੰਗੀਆਂ ਦਵਾਈਆਂ ਵੀ ਜਿਹੜੀਆਂ ਉਹ ਖਰੀਦਦੇ ਆ। ਸੋ ਮੈਨੂੰ ਲੱਗਦਾ ਕਿ ਬੂਟਿਆਂ ਨਾਲ ਤੁਹਾਡਾ ਜਿਹੜਾ ਮੋਹ ਆ ਉਹ ਇਸ ਗੱਲ 'ਚੋਂ ਵੀ ਨਜ਼ਰ ਆਉਂਦਾ ਹੈ ਕਿ ਤੁਹਾਨੂੰ ਉਹਨਾਂ ਬੂਟਿਆਂ ਦੀ ਖੂਬੀ ਜਿਹੜੀ ਹੈ, ਖਾਸ ਤੌਰ 'ਤੇ ਜੇ ਦਵਾਈ ਦੇ ਤੌਰ 'ਤੇ ਖੂਬੀ ਦੀ ਗੱਲ ਕਰ ਲਈਏ, ਉਹ ਵੀ ਤੁਹਾਨੂੰ ਪਤਾ ਆ। ਆਪਾਂ ਜੰਗਲ ਵੱਲ ਵਾਪਸ ਆਉਂਦੇ ਹਾਂ। ਹੁਣ ਇਹਦੀ ਸਾਂਭ ਸੰਭਾਲ ਵੀ ਕਰਨੀ ਹੋਏਗੀ ਕਿਉਂਕਿ ਮਕਸਦ ਇਹ ਨਹੀਂ ਆ ਕਿ ਬੂਟੇ ਲਾਤੇ ਤੇ ਕੰਮ ਪੂਰਾ ਹੋ ਗਿਆ, ਕਿਉਂਕਿ ਕਈ ਵਾਰੀ ਹੁੰਦਾ ਨਾ ਡਿਪਾਰਟਮੈਂਟ ਜੇ ਕਹਿਤਾ ਕੰਮ ਕਰਤਾ ਤੇ ਦੁਬਾਰਾ ਉਹਦੇ ਵੱਲ ਮੂੰਹ ਨਹੀਂ ਕਰਨਾ। ਤੇ ਮੈਂ ਦੇਖ ਰਿਹਾ ਸੀ ਬੂਟੇ ਬਹੁਤ ਜ਼ਿਆਦਾ ਵਿਕਸਿਤ ਹੋਏ ਆ ਇਹਨਾਂ 2 ਕੁ ਸਾਲਾਂ ਦੇ ਵਿੱਚ। ਜਿੰਨੀ ਗਰੋਥ ਇਹਨਾਂ ਬੂਟਿਆਂ ਦੀ ਨਜ਼ਰ ਆ ਰਹੀ ਹੈ, ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ। ਇਹ ਸਾਂਭ ਸੰਭਾਲ ਨਾ ਹੋਵੇ ਤਾਂ ਗਰੋਥ ਇੰਨੀ ਨਹੀਂ ਹੋ ਸਕਦੀ।
ਇਹਨੂੰ ਸਾਂਭ ਸੰਭਾਲ ਕਰਨ ਲਈ ਕਿਸ ਤਰੀਕੇ ਦੀ ਡਿਊਟੀ ਦਿੱਤੀ ਜਾਂਦੀ ਹੈ, ਕਿੱਦਾਂ ਕੰਮ ਕੀਤਾ ਜਾਂਦਾ ਆ, ਏਡੇ ਵੱਡੇ ਜੰਗਲ ਦਾ ਜਿਹੜਾ ਉਹ ਫੇਰਾ ਕਿੱਦਾਂ ਲਾਇਆ ਜਾਂਦਾ, ਕਿਉਂਕਿ ਅਫਸਰ ਨੂੰ ਥੋੜੀ ਜਿਹੀ ਇਹ ਵੀ ਆਦਤ ਹੁੰਦੀ ਹੈ ਨਾ ਕਿ ਕੁਰਸੀ ਤੋਂ ਮੈਂ ਹਿੱਲ ਕੇ ਇੱਧਰ ਉੱਧਰ ਨਹੀਂ ਜਾਣਾ। ਇਹ ਕਿਸ ਤਰੀਕੇ ਨਾਲ ਕੰਮ ਹੁੰਦਾ ਹੈ? ਬਿਲਕੁਲ ਜੀ, ਦੇਖੋ ਇੱਥੇ ਸਮੇਂ ਅਨੁਸਾਰ ਜਿਹੜਾ ਹੈਗਾ ਕੋਈ ਵੀ ਚੀਜ਼ ਹੈਗੀ ਆ, ਕਿਸੇ ਬੂਟੇ ਨੂੰ ਜਦੋਂ ਕੋਈ ਚੀਜ਼ ਮੰਨ ਲਓ ਉਹਨੂੰ ਸਿਉਂਕ ਪੈਂਦੀ ਹੈ, ਉਹਨੂੰ ਇਹ ਦੇਖਣਾ ਹੈਗਾ ਵੀ ਸਿਉਂਕ ਪੈ ਗਈ ਆ ਤਾਂ ਉਹਨੂੰ ਸਿਉਂਕ ਦੀ ਦਵਾਈ ਦੀ ਲੋੜ ਆ। ਜੇ ਉਹਦੇ ਵਿੱਚ ਜਿਹੜਾ ਹੈਗਾ ਖਾਦ ਦੀ ਘਾਟ ਪੈਂਦੀ ਹੈ, ਯੂਰੀਆ ਹੋ ਗਿਆ, ਡਾਈ ਹੋ ਗਿਆ, ਉਹਨੂੰ ਸਮੇਂ ਕਰਨਾ। ਪਾਣੀ ਦੀ ਲੋੜ ਆ ਤਾਂ ਪਾਣੀ ਜਿਹੜਾ ਸਮੇਂ ਸਿਰ ਜਿਹੜਾ। ਬਾਕੀ ਉਹਦੀ ਜਿਹੜੀ ਵੀਡਿੰਗ ਆ ਜਿਹੜੀ ਹੈਗੀ ਆ, ਜਿਵੇਂ ਆਪਾਂ ਗੋਡੀ ਕਰਦੇ ਆ, ਉਹਨਾਂ ਚੀਜ਼ਾਂ ਦੀ ਉਹਦੀ ਕਟਿੰਗ, ਇਹਨਾਂ ਚੀਜ਼ਾਂ ਦਾ ਜਿਹੜਾ ਸਮੇਂ ਅਨੁਸਾਰ ਜਿਹੜਾ ਹੈਗਾ ਇਹ ਖਿਆਲ ਰੱਖਣਾ ਹੁੰਦਾ। ਇਹਦੇ ਲਈ ਵੀ ਕੋਈ ਸੀਜ਼ਨ ਦਾ ਟਾਈਮ ਹੁੰਦਾ ਜਿਹੜਾ ਹੈਗਾ, ਟਾਈਮ ਨਾਲ ਇਹ ਜਿਹੜੇ ਵਰਕ ਹੁੰਦੇ ਰਹਿੰਦੇ ਨੇ। ਔਰ ਜਿਹੜੀ ਗਸਦੀ ਆ ਜਿਹੜੀ ਉਹਦੇ ਵਿੱਚ ਹਫ਼ਤੇ 'ਚ ਤਕਰੀਬਨ 2 ਵਾਰ ਮੈਂ ਵੀ ਗਸਤ ਕਰਦਾ ਇੱਥੇ, ਅਤੇ ਮੇਰਾ ਬਲਾਕ ਅਫਸਰ ਹੈਗਾ ਜਿਹੜਾ ਹਰ ਟਾਈਮ ਜਿਹੜਾ ਹੈਗਾ ਇੱਥੇ ਰਹਿੰਦਾ, ਅਤੇ ਨਾਲ ਫੋਰੈਸਟ ਗਾਰਡ ਆ, ਅਤੇ ਨਾਲ ਸਾਡੇ ਜਿਹੜੇ ਸਾਬਕਾ ਫੌਜੀ ਜਿਹੜੇ ਹੈਗੇ 17 ਇਹ ਵੀਰ ਇੱਥੇ ਹਰ ਟਾਈਮ ਰਹਿੰਦੇ ਨੇ ਜਿਹੜੇ ਗਸਤ ਕਰਦੇ ਆ। ਗਸਤ ਕਰਨ ਲਈ ਸਾਡੇ ਕੋਲ ਜਿਹੜਾ ਹੈਗਾ ਆਪਣਾ ਫਾਇਰ ਲਾਈਨਾਂ ਜਿਹੜੀਆਂ ਹੈਗੀਆਂ ਜਿਹੜੀਆਂ ਬਣਾਈਆਂ ਗਈਆਂ, ਜਿਹਦੇ ਵਿੱਚ ਅੱਜ ਗੱਡੀ ਦੇ ਰਾਹੀਂ ਤੁਹਾਨੂੰ ਜਿਹੜਾ ਹੈਗਾ ਘੁਮਾ ਕੇ ਜਿਹੜਾ ਹੈਗਾ ਵਿੱਚ ਅਸੀਂ ਦੱਸਿਆ, ਕਿਉਂਕਿ ਇਹ ਚੀਜ਼ਾਂ ਦਾ ਤਾਂ ਲੋਕਾਂ ਨੂੰ ਪਤਾ ਹੀ ਨਹੀਂ ਹੈ। ਫਾਇਰ ਲਾਈਨਾਂ ਦਾ ਜਿਹੜੀਆਂ ਆਪਾਂ ਵਿੱਚ ਹੀ ਤੁਹਾਨੂੰ ਗੱਡੀਆਂ ਕੱਢ ਕੇ ਸਿਰੇ ਤੋਂ ਸਿਰੇ ਤੱਕ ਜੰਗਲ ਨੂੰ A ਤੋਂ Z ਤੱਕ ਤੁਹਾਨੂੰ ਦਿਖਾ ਕੇ ਇਹਦਾ ਆਨੰਦ ਜਿਹੜਾ ਤੁਹਾਨੂੰ ਦਵਾਇਆ ਹੈਗਾ। ਅਤੇ ਤੁਹਾਨੂੰ ਆਪ ਹੀ ਇਸ ਚੀਜ਼ ਦਾ ਪਤਾ ਆ ਗਿਆ ਹੋਣਾ, ਆਨੰਦ ਆ ਗਿਆ ਹੋਣਾ ਜਦੋਂ ਇਹ ਆਪਾਂ ਜੰਗਲ ਦੇ ਵਿੱਚ ਘੁੰਮੇ ਆ ਵੀ ਇਹ ਜੰਗਲ ਦੇ ਵਿੱਚ ਗੇੜਾ ਨਿਕਲ ਕਿਵੇਂ ਗਿਆ। ਨਹੀਂ, ਜਦੋਂ ਅਸੀਂ ਸ਼ਾਂਤੀ ਦੀ ਭਾਲ ਦੀ ਗੱਲ ਕਰਦੇ ਹਾਂ, ਤੇ ਸਾਡੇ ਤਾਂ ਬਹੁਤ ਸਾਰੇ ਮਹਾਂਪੁਰਖ ਸੀਗੇ ਜਿਹੜੇ ਜੰਗਲਾਂ ਨੂੰ ਨਿਕਲ ਜਾਂਦੇ ਸੀਗੇ ਕਿ ਉੱਥੇ ਸ਼ਾਂਤੀ ਮਿਲਣੀ ਆ। ਸ਼ਾਂਤੀ ਕਿੰਨੀ ਕੁ ਮਿਲਦੀ ਸੀਗੀ, ਉਹ ਕਿਸ ਤਰੀਕੇ ਨਾਲ ਇਕੱਲੇ ਜੰਗਲ ਹੀ ਚਾਹੀਦੇ ਸੀ, ਉਹ ਗੱਲ ਅਲੱਗ ਆ। ਪਰ ਮੈਨੂੰ ਲੱਗਦਾ ਕਿ ਸਾਫ਼ ਸੁਥਰਾ ਮੌਸਮ ਜਿਹੜਾ ਜੰਗਲ 'ਚ ਮਿਲ ਜਾਂਦਾ ਹੈ, ਉਹਦੇ ਨਾਲ ਵੈਸੇ ਹੀ ਆਨੰਦ ਆ ਜਾਂਦਾ, ਤੁਹਾਨੂੰ ਵੈਸੇ ਹੀ ਸ਼ਾਂਤੀ ਜਿਹੜੀ ਆ ਉਹ ਮਿਲ ਜਾਂਦੀ ਆ। ਤੁਸੀਂ ਕਹਿੰਦੇ ਕਿ ਖਾਸ ਟਾਈਮ ਹੁੰਦਾ ਇਹਨਾਂ ਨੂੰ ਗੋਡੀ ਕਰਨ ਦਾ, ਇਹਨਾਂ ਦੀ ਕਾਂਟ ਛਾਂਟ ਕਰਨ ਦਾ, ਅਤੇ ਸਿਕਿਉਰਿਟੀ ਲਈ ਵੀ ਬਾਕਾਇਦਾ ਜਿਹੜੇ ਇੱਥੇ ਮੁਲਾਜ਼ਮ ਰੱਖੇ ਗਏ। ਕੁੱਲ ਕਿੰਨੇ ਮੁਲਾਜ਼ਮ ਨੇ, ਕਿਸ ਤਰੀਕੇ ਨਾਲ ਗਸ਼ਤ ਕਰਦੇ ਨੇ? ਕਿਉਂਕਿ ਅਕਸਰ ਜੰਗਲਾਂ ਦੇ ਵਿੱਚੋਂ ਬੂਟਿਆਂ ਦੇ ਚੋਰੀ ਹੋਣ ਦਾ, ਲੱਕੜ ਦੇ ਚੋਰੀ ਹੋਣ ਦਾ ਸਿਲਸਿਲਾ ਜਿਹੜਾ ਉਹ ਆਮ ਜਿਹੀ ਗੱਲ ਹੋ ਜਾਂਦੀ ਹੈ, ਕਿਉਂਕਿ ਕਈ ਵਾਰੀ ਸਾਡੇ ਸਰਕਾਰੀ ਵਿਭਾਗ ਬਹੁਤਾ ਧਿਆਨ ਨਹੀਂ ਦਿੰਦੇ, ਅਤੇ ਉਹ ਤਸਕਰ ਕਿਸਮ ਦੇ, ਅਪਰਾਧੀ ਕਿਸਮ ਦੇ ਜਿਹੜੇ ਲੋਕ ਹੁੰਦੇ ਉਹਨਾਂ ਨੂੰ ਮੌਕਾ ਮਿਲ ਜਾਂਦਾ। ਕਿਸ ਤਰੀਕੇ ਨਾਲ ਸਿਕਿਉਰਿਟੀ ਕੀਤੀ ਜਾਂਦੀ ਹੈ ਇਸ ਜੰਗਲ ਦੀ, ਕਿੰਨੇ ਲੋਕ ਲੱਗੇ ਹੋਏ ਨੇ, ਅਤੇ ਕਿਸ ਤਰੀਕੇ ਨਾਲ ਇਹ ਸਾਰੀ ਚੀਜ਼ ਤੋਂ ਬਚਣ ਦੀ ਜਿਹੜੀ ਆ ਉਹ ਕੋਸ਼ਿਸ਼ ਕਰਦਾ ਜੰਗਲਾਤ ਵਿਭਾਗ? ਦੇਖੋ ਜੀ, ਇੱਥੇ ਜਿਹੜਾ ਹੈਗਾ ਕਬਜ਼ਾ ਛਡਾਉਣ ਤੋਂ ਬਾਅਦ ਜਿਹੜਾ ਹੈਗਾ ਸਾਡੇ ਸਾਬਕਾ ਫੌਜੀ ਜਿਹੜੇ 17 ਸਾਬਕਾ ਫੌਜੀ ਲੱਗੇ ਹੋਏ ਨੇ, ਉਹਨਾਂ 'ਚ 16 ਜਿਹੜੇ ਹੈਗੇ ਆ ਫੌਜੀ ਨੇ, ਇੱਕ ਸਾਡੇ ਉਹਨਾਂ ਦਾ ਕਮਾਂਡਰ ਆ। ਉਹਨਾਂ ਵੱਲੋਂ ਜਿਹੜੀ ਇਹ ਡਿਊਟੀ 24 ਘੰਟੇ ਜਿਹੜੀ ਇਸ ਜੰਗਲ ਦੇ ਵਿੱਚ ਜਿਹੜੀ ਡਿਊਟੀ ਦਿੱਤੀ ਜਾਂਦੀ ਹੈ, ਔਰ ਉਹਨਾਂ ਵੱਲੋਂ ਜਿਹੜੀ ਵੰਡ ਕੇ ਜਿਹੜੀ ਹੈਗੀ ਹੈ ਇਹਦੀ ਜਿਹੜੀ ਹੈਗੀ ਆ ਡਿਊਟੀ 8-8 ਘੰਟੇ ਜਿਹੜੀ ਹੈ ਉਹ ਡਿਊਟੀ ਜਿਹੜੀ ਲਾਈ ਗਈ ਹੈ, ਔਰ ਦਿਨ ਰਾਤ 24 ਘੰਟੇ ਜਿਹੜੀ ਇਹਦੀ ਗਸ਼ਤ ਕੀਤੀ ਜਾਂਦੀ ਹੈ। ਰਹੀ ਦੂਜੀ ਜਿਹੜੀ ਹੈਗੀ ਆ ਸਾਡੇ ਜਿਹੜੇ ਮਹਾਂਪੁਰਸ਼ ਸੀਗੇ, ਤੁਸੀਂ ਦੇਖਦੇ ਹੋ ਸਾਡੇ ਪੁਰਾਣੇ ਇਤਿਹਾਸ ਦੇ ਵਿੱਚ ਜਿਹੜਾ ਹੈਗਾ ਇਹ ਆਮ ਦਰਜ ਆ ਵੀ ਇਹਨਾਂ ਰੁੱਖਾਂ ਹੇਠਾਂ ਬਹਿ ਕੇ ਜਿਹੜੀ ਹੈਗੀ ਆ ਭਗਤੀ ਕੀਤੀ ਗਈ ਆ, ਔਰ ਉਸ ਪਰਮਾਤਮਾ ਦਾ ਨਾਮ ਲਿਆ ਗਿਆ, ਔਰ ਇਸ ਦੁਨੀਆ ਨੂੰ ਜਿਹੜਾ ਹੈਗਾ ਤਾਰਿਆ ਇਹਨਾਂ ਰੁੱਖਾਂ ਦੇ ਹੇਠਾਂ ਹੀ ਬਹਿ ਕੇ ਜਿਹੜਾ ਅੱਜ ਤੱਕ ਤਾਰਿਆ ਸਾਰਿਆਂ ਨੇ। ਗੁਰੂ ਨਾਨਕ ਦੇਵ ਜੀ ਤੋਂ ਲੈ ਲਓ ਹੁਣ ਤੱਕ ਜਿੰਨੇ ਵੀ ਗੁਰੂ ਹੋਏ ਨੇ, ਸਾਰਿਆਂ ਦਾ ਜਿਹੜਾ ਹੈਗਾ ਇੱਕ ਮਕਸਦ ਇਹ ਸੀ ਵੀ ਵੱਧ ਤੋਂ ਵੱਧ ਰੁੱਖ ਲਾਓ, ਵੱਧ ਤੋਂ ਵੱਧ ਰੁੱਖ ਲਾ ਕੇ ਆਪਣਾ ਵਾਤਾਵਰਨ ਜਿਹੜਾ ਸਾਫ਼ ਕਰੋ, ਕਿਉਂਕਿ ਆਪਣਾ ਜਿਹੜਾ ਵਾਤਾਵਰਨ ਜਿਹੜਾ ਹੈਗਾ ਇੰਨਾ ਗੰਦਲਾ ਹੋ ਚੁੱਕਿਆ, ਔਰ ਪਾਣੀ ਦਾ ਲੈਵਲ ਜਿਹੜਾ ਸਾਡਾ ਬਹੁਤ ਡਾਊਨ ਚਲੇ ਗਿਆ। ਉਹ ਜਿਹੜੇ ਹੈਗੇ ਆ ਆਪਣੇ ਰੁੱਖਾਂ ਦੀ ਘਾਟ ਕਾਰਨ ਜਿਹੜਾ ਹੈਗਾ ਇਹ ਸਮੱਸਿਆ ਜਿਹੜੀਆਂ ਆ ਰਹੀਆਂ, ਔਰ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਪੈਦਾ ਹੋ ਰਹੀਆਂ, ਔਰ ਇਹ ਇੱਕ ਮੇਨ ਰੁੱਖਾਂ ਦੀ ਘਾਟ ਕਾਰਨ ਹੀ ਆ, ਕਿਉਂਕਿ ਆਕਸੀਜਨ ਹੈ ਅਤੇ ਸਾਰਾ ਕੁਛ ਠੀਕ ਹੈ। ਆਕਸੀਜਨ ਹੈਗੀ ਹੈ ਤਾਂ ਤੁਹਾਡੀਆਂ ਬਾਰਿਸ਼ਾਂ ਵੀ ਵੱਧ ਪੈਣਗੀਆਂ, ਅਤੇ ਤੁਹਾਡਾ ਜਿਹੜਾ ਵਾਤਾਵਰਨ ਵੀ ਸਾਫ਼ ਹੋਊਗਾ, ਔਰ ਜਿਹੜੀਆਂ ਹੈਗੀਆਂ ਤੁਹਾਡੀਆਂ ਬਿਮਾਰੀਆਂ ਜਿਹੜੀਆਂ ਹੈਗੀਆਂ ਉਹ ਵੀ ਸਾਰੀਆਂ ਘਟਣਗੀਆਂ। ਇਹ ਰੁੱਖਾਂ ਦੇ ਹੇਠਾਂ ਬੈਠਣ ਦਾ ਇਕੱਲਾ ਸਿਰਫ ਮਕਸਦ ਇਹ ਨਹੀਂ ਵੀ ਜਿਹੜਾ ਹੈਗਾ ਵੀ ਇਹਨਾਂ ਹੇਠਾਂ ਬੈਠ ਕੇ ਆਪਾਂ ਨੂੰ ਕੋਈ ਜਿਹੜਾ ਹੈਗਾ ਫਾਇਦਾ ਨਹੀਂ ਹੁੰਦਾ। ਇਹਨਾਂ ਹੇਠਾਂ ਤੁਸੀਂ ਬੈਠੋ, ਮੈਂ ਦਾਅਵਾ ਕਰਦਾ ਇਸ ਗੱਲ ਦਾ ਵੀ ਨਿੰਮ, ਪਿੱਪਲ, ਬੋਹੜ ਇੱਕ ਤਰਵੈਣੀ ਲੱਗਦੀ ਹੁੰਦੀ ਹੈ। ਪਿੰਡਾਂ ਦੇ ਵਿੱਚ ਸਾਡੇ ਜਿਹੜੇ ਅੱਗੇ ਬਜ਼ੁਰਗ ਬੈਠੇ ਹੁੰਦੇ ਸੀਗੇ, ਤਾਸ਼ ਖੇਡਦੇ ਹੁੰਦੇ ਸੀ, ਚੌਂਤਰਿਆਂ 'ਤੇ ਬੈਠ ਕੇ ਖੇਡਦੇ ਹੁੰਦੇ ਸੀ। ਉਹਨਾਂ ਦਾ ਕਾਰਨ ਇਹ ਸੀ ਉੱਥੇ ਬੈਠਦੇ ਸੀ, ਤਾਸ਼ ਖੇਡਦੇ, ਹੱਸਣਾ ਉਹਨਾਂ ਨੇ। ਹੱਸਣ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਦੀਆਂ ਬਿਮਾਰੀਆਂ ਉੱਥੇ ਟੁੱਟਦੀਆਂ ਸੀਗੀਆਂ। ਅੱਗੇ ਦਵਾਈਆਂ ਕਿਉਂ ਨਹੀਂ ਖਾਂਦੇ ਸੀ ਲੋਕ, ਉਹਨਾਂ ਦੀਆਂ ਬਿਮਾਰੀਆਂ ਟੁੱਟਣੀਆਂ, ਉੱਥੇ ਉਹਨਾਂ ਨੇ ਆਪਸ ਵਿੱਚ ਡਿਸਕਸ ਕਰਨੀ, ਹੱਸਣਾ ਸਾਰਾ ਦੁਪਹਿਰਾ। ਉਹਨਾਂ ਨੇ ਬਿਨਾਂ ਪੱਖਿਆਂ ਤੋਂ ਉਹਨਾਂ ਦਰਖਤਾਂ ਦੇ ਹੇਠਾਂ ਬੈਠੇ ਰਹਿਣਾ, ਉਹਨਾਂ ਨੂੰ ਉੱਥੇ ਗਰਮੀ ਨਹੀਂ ਲੱਗਣੀ, ਕੁਛ ਨਹੀਂ ਲੱਗਣੀ। ਹੁਣ ਆਪਾਂ ਵੀ ਜਿਸ ਜਗ੍ਹਾ 'ਤੇ ਖੜ੍ਹੇ ਹਾਂ, ਇਸ ਜਗ੍ਹਾ 'ਤੇ ਕਿੰਨਾ ਮੌਸਮ ਦਾ ਫਰਕ ਆ। ਇਹ ਤੋਂ ਥੋੜ੍ਹਾ ਸਾਈਡ 'ਤੇ ਹੋ ਜਾਓ ਧੁੱਪ ਦੇ ਵਿੱਚ, ਤੇ ਗਰਮੀ ਲੱਗਦੀ ਹੈ, ਅਤੇ ਇੱਥੇ ਤੁਹਾਨੂੰ ਠੰਡ ਲੱਗਦੀ ਹੈ। ਮੌਸਮ ਦੇ ਵਿੱਚ ਜਿਹੜਾ ਹੈਗਾ ਇਹ ਦਰਖਤਾਂ ਦੀ ਸਾਰੀ ਜਿਹੜੀ ਚੀਜ਼ ਹੈ, ਜੇ ਦਰਖਤ ਹੋਣਗੇ ਸਾਨੂੰ ਜਿਹੜਾ ਹੈਗਾ ਅਸੀਂ ਬਿਮਾਰੀਆਂ ਤੋਂ ਔਰ ਵਾਤਾਵਰਨ ਨੂੰ ਸ਼ੁੱਧ ਕਰ ਸਕਦੇ ਹਾਂ, ਔਰ ਸਾਡੇ ਜਿਹੜੀਆਂ ਬਾਰਿਸ਼ਾਂ ਆਉਣਗੀਆਂ, ਪਾਣੀ ਦਾ ਲੈਵਲ ਵੀ ਸਾਡਾ ਜਿਹੜਾ ਹੈਗਾ ਉੱਚਾ ਹੋਊਗਾ। ਮੈਂ ਨਾ 2 ਨੁਕਤੇ ਤੁਹਾਡੇ ਜਵਾਬ 'ਚੋਂ ਇਸ 'ਚੋਂ ਚੱਕੇ ਆ। ਇੱਕ ਤੁਸੀਂ ਜ਼ਿਕਰ ਛੇੜਿਆ ਬਾਬੇ ਨਾਨਕ ਦਾ,
ਦੂਜਾ ਜ਼ਿਕਰ ਛੇੜਿਆ ਤੁਸੀਂ ਪਿੰਡਾਂ ਦੇ ਵਿੱਚ ਜਿਹੜੀਆਂ ਸੱਥਾਂ ਲੱਗਦੀਆਂ ਸੀਗੀਆਂ, ਕਿੰਨਾ ਕੁ ਤੁਸੀਂ ਮੰਨਦੇ ਹੋ ਕਿ ਬਾਬੇ ਨਾਨਕ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ, ਉਸ ਪ੍ਰਕਾਸ਼ ਪੁਰਬ ਦੇ ਮੌਕੇ ਤੇ ਉਹ ਤੋਂ ਪਹਿਲਾਂ ਵੀ ਤੇ ਉਸ ਤੋਂ ਬਾਅਦ ਵੀ ਪਿੰਡਾਂ ਥਾਵਾਂ ਦੇ ਵਿੱਚ ਜੰਗਲ ਲਾਉਣ ਨੂੰ ਲੈ ਕੇ ਸਮਾਜ ਸੇਵੀ ਸੰਸਥਾਵਾਂ, ਪਿੰਡਾਂ ਦੇ ਲੋਕਾਂ, ਧਾਰਮਿਕ ਸੰਸਥਾਵਾਂ, ਉਹਨਾਂ ਵੱਲੋਂ ਤਰੱਦਦ ਕੀਤੇ ਗਏ, ਬੂਟੇ ਲੱਗੇ ਵੀ ਭਰਪੂਰ ਮਾਤਰਾ 'ਚ, ਨਾਨਕ ਜੰਗਲ ਵੀ ਲੱਗੇ ਕਈ ਥਾਵਾਂ ਤੇ, ਥੋੜੀਆਂ ਥਾਵਾਂ ਦੇ ਉੱਤੇ। ਇਸ ਜੰਗਲਾਤ ਵਿਭਾਗ ਨੂੰ ਉਹਦੇ ਵਿੱਚ ਸ਼ਾਮਲ ਕਰਨ ਦੇ ਵਿੱਚ ਜਾਂ ਇਹਦਾ ਫਾਇਦਾ ਦੇਣ ਦੇ ਵਿੱਚ ਜਾਂ ਵੱਧ ਤੋਂ ਵੱਧ ਬੂਟੇ ਲਾਉਣ ਦੇ ਵਿੱਚ ਉਹ ਪ੍ਰਕਾਸ਼ ਪੁਰਬ ਦਾ ਕਿੰਨਾ ਕੁ ਯੋਗਦਾਨ ਮੰਨਦੇ ਹੋ? ਤੇ ਨਾਲ ਦੀ ਨਾਲ ਇੱਕ ਜਵਾਬ ਇਹ ਵੀ ਦੇ ਦਿਓ, ਤੁਸੀਂ ਕਹਿੰਦੇ ਕਿ ਪਹਿਲਾਂ ਤਾਸ਼ ਕੁੱਟਦੇ ਹੁੰਦੇ ਸੀਗੇ ਬਾਬੇ ਬੈਠ ਕੇ ਤਰਵੈਣੀ ਦੇ ਹੇਠਾਂ, ਤੇ ਹੁਣ ਜੰਗਲਾਤ ਵਿਭਾਗ ਬਹੁਤ ਲਾ ਰਿਹਾ, ਇਹ ਚਰਚਾ ਚੱਲਦੀ ਪਈ, ਇਸੇ ਕਰਕੇ ਤੁਹਾਡੇ ਕੋਲ ਆ ਗਏ ਅਸੀਂ ਤੁਹਾਡੀ ਇੰਟਰਵਿਊ ਕਰਨ ਲਈ, ਕਿ ਪਹਿਲਾਂ ਜੰਗਲਾਤ ਵਿਭਾਗ ਤਾਸ਼ ਕੁੱਟਦਾ ਹੁੰਦਾ ਸੀਗਾ, ਕੰਮ ਨਹੀਂ ਕਰਦਾ ਹੁੰਦਾ ਸੀਗਾ, ਤਾਂ ਕਰਕੇ ਪਹਿਲਾਂ ਜੰਗਲ ਨਹੀਂ ਲੱਗੇ, ਹੁਣ ਉਹ ਤਾਸ਼ ਕੁੱਟਣੀ ਬੰਦ ਕਰਦੀ ਆ ਤੇ ਜੰਗਲ ਲੱਗਣੇ ਸ਼ੁਰੂ ਹੋ ਗਏ। ਇਹਨਾਂ ਦੋਨਾਂ ਚੀਜ਼ਾਂ ਦੇ ਜਵਾਬ ਮੈਂ ਚਾਹੁੰਦਾ ਤੁਹਾਡੇ ਕੋਲ। ਬਿਲਕੁਲ ਜੀ, ਦੇਖੋ ਪਹਿਲਾਂ ਤਾਂ ਬਹੁਤ ਹੀ ਵਧੀਆ ਜਿਹੜਾ ਹੈਗਾ, ਮੈਂ ਸਾਰੇ ਜਿਹੜੇ ਹੈਗੇ ਆ ਬੰਦੇ, ਪਿੰਡਾਂ ਦੀਆਂ ਪੰਚਾਇਤਾਂ ਤੇ ਪਿੰਡ ਦੇ ਸਾਥੀ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ, ਜਿਨ੍ਹਾਂ ਨੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੇ ਉੱਤੇ ਜਿਹੜਾ 550 ਬੂਟੇ ਲਾ ਕੇ ਔਰ ਇਹਨਾਂ ਬੂਟਿਆਂ ਨੂੰ ਕਾਮਯਾਬ ਵੀ ਕੀਤਾ। ਸਾਡੇ ਇਸ ਚੀਜ਼ ਦੇ ਵਿੱਚ ਅਸੀਂ ਸਰਵੇ ਵੀ ਕੀਤਾ ਹੈਗਾ, ਘੱਟੋ ਘੱਟ 85-86% ਬੂਟੇ ਜਿਹੜੇ ਹੈਗੇ ਕਾਮਯਾਬ ਨੇ, ਔਰ ਉਹਨਾਂ ਦੇ ਵਿੱਚ ਜਿਹੜਾ ਮੌਸਮ ਦੇ ਵਿੱਚ ਜਿਹੜਾ ਹੈਗਾ ਜੇ ਬੂਟਾ ਕੋਈ ਮਰਿਆ ਵੀ ਆ ਉਹਨਾਂ ਨੇ ਰਿਪਲੇਸ ਕਰਕੇ ਲਾਤੇ। ਇਹ ਨਰੇਗਾ ਰਾਹੀਂ ਜਿਹੜਾ ਹੈਗਾ ਇਹ ਬੂਟੇ ਜਿਹੜੇ ਲਗਾਏ ਗਏ ਨੇ, ਨਰੇਗਾ ਦਾ ਇੱਕ ਟੀਮ ਬਣੀ ਹੋਈ ਸੀ ਇਸ ਚੀਜ਼ ਦੀ। ਬਾਕੀ ਰਹੀ ਜੰਗਲਾਤ ਦੀ ਕੰਮ, ਇੱਕ ਇਹ ਹੁੰਦਾ ਵੀ ਜਿਹੜੀ ਇਹ ਸੇਵਾ ਨਾ, ਸੇਵਾ ਜਿਹੜੀ ਸਾਰੇ ਰਲ ਕੇ ਜਿਹੜੀ ਕੀਤੀ ਜਾਂਦੀ ਆ। ਅਸੀਂ ਜਿਹੜਾ ਹੈਗਾ ਆਪਣੇ ਜੰਗਲਾਂ ਦੇ ਵਿੱਚ ਆਪਣੀਆਂ ਜਿਹੜੀਆਂ ਫੋਰੈਸਟ ਲੈਂਡਾਂ ਹੈਗੀਆਂ ਉਹਨਾਂ ਦੇ ਵਿੱਚ ਜਿਹੜਾ ਹੈਗਾ ਸਾਡੇ ਪ੍ਰੋਜੈਕਟ ਅਨੁਸਾਰ ਜਿਹੜੇ ਅਸੀਂ ਬੂਟੇ ਲਾਉਂਦੇ ਆ, ਜਿੰਨਾ ਸਾਨੂੰ ਪ੍ਰੋਜੈਕਟ ਮਿਲਦਾ ਅਸੀਂ ਉਹਨਾਂ ਦੇ ਵਿੱਚ ਲਾਉਂਦੇ ਹਾਂ। ਪਰ ਹੁਣ ਜਿਹੜਾ ਹੈਗਾ ਪਿੰਡਾਂ ਦੇ ਵਿੱਚ ਵੀ ਜਿਹੜਾ ਹੈਗਾ ਨਰੇਗਾ ਰਾਹੀਂ ਮਿਲ ਕੇ ਜਿਹੜਾ ਮਹਿਕਮੇ ਵੱਲੋਂ ਜਿਹੜਾ ਹੈਗਾ ਸਰਕਾਰ ਦਾ ਜਿਹੜਾ ਇਹ ਉਪਰਾਲਾ ਸੀਗਾ 550 ਬੂਟਿਆਂ ਦਾ, ਔਰ ਉਹ ਤੋਂ ਇਲਾਵਾ ਵੀ ਨਰੇਗਾ ਦੀਆਂ ਜਿਹੜੀਆਂ ਪਲਾਂਟੇਸ਼ਨਾਂ ਨਰੇਗਾ ਮਹਿਕਮੇ ਨੇ ਪੰਚਾਇਤਾਂ ਰਾਹੀਂ ਵੀ ਹੋਰ ਬਹੁਤ ਕੀਤੀਆਂ ਗਈਆਂ, ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਬੂਟੇ ਲਾਣੇ। ਲੋਕਾਂ ਨੂੰ ਇਹ ਚੀਜ਼ ਦੀ ਸਮਝ ਆ ਗਈ ਹੈ ਵੀ ਪਹਿਲਾਂ ਦੇਖੋ ਅੱਜ ਤੋਂ ਪਿੱਛੇ ਚੱਲ ਜਾਓ, ਮੈਂ ਥੋੜ੍ਹੀ ਜਿਹੀ ਗੱਲ ਕੱਟਣ ਲੱਗਿਆ, ਅੱਜ ਤੋਂ ਪਿੱਛੇ ਚੱਲ ਜਾਓ, ਲੋਕਾਂ ਦੇ ਖੇਤਾਂ ਦੇ ਵਿੱਚ ਵੀ ਦਰਖਤ ਹੁੰਦੇ ਸੀਗੇ। ਬਿਲਕੁਲ, ਕੀ ਲੋਕਾਂ ਦੇ ਖੇਤਾਂ ਦੇ ਵਿੱਚ ਦਰਖਤ ਸੀਗੇ ਤੇ ਉਹ ਸਿਰਫ ਅਸੀਂ ਹਲ ਫਸ ਗਿਆ, ਸਾਡੇ ਹਲ ਵਿੱਚ ਫਸਦੇ ਨੇ, ਟੁੱਟਦੇ ਨੇ, ਇਸ ਕਰਕੇ ਅਸੀਂ ਦਰਖਤ ਪੱਟਦੇ। ਉਹ ਚੀਜ਼ਾਂ ਦੀ ਘਾਟ ਤਾਂ ਮਹਿਸੂਸ ਹੁੰਦੀ ਹੈ ਨਾ। ਹੁਣ ਪਿੰਡਾਂ ਦੇ ਵਿੱਚ ਕਿੰਨੇ ਪੁਰਾਣੇ ਦਰਖਤ ਹੁੰਦੇ ਸੀ, ਨਿੰਮਾਂ ਲੱਗੀਆਂ ਹੁੰਦੇ ਸੀ, ਬੋਹੜ ਲੱਗੇ ਹੁੰਦੇ ਸੀ, ਪਿੱਪਲ ਲੱਗੇ ਹੁੰਦੇ ਸੀਗੇ, ਹੋਰ ਦਰਖਤ ਬਹੁਤ ਹੁੰਦੇ ਸੀਗੇ। ਮੇਰੇ ਹਿਸਾਬ ਨਾਲ ਇਹੋ ਜਿਹਾ ਕੋਈ ਪਿੰਡ ਨਹੀਂ ਹੁੰਦਾ ਸੀ ਜਿਨ੍ਹਾਂ ਦੇ ਘਰਾਂ ਦੇ ਪਿੰਡਾਂ ਦੇ ਵਿੱਚ ਨਿੰਮ ਨਹੀਂ ਹੁੰਦੀ ਸੀ। ਹੁਣ ਨਿੰਮਾਂ ਕਿੱਥੇ ਗਈਆਂ, ਪੁਰਾਣੀਆਂ ਹੋ ਗਈਆਂ, ਸੁੱਕ ਗਈਆਂ, ਉਹਨਾਂ ਚੀਜ਼ਾਂ ਕਰਕੇ ਵੀ ਆ। ਪਰ ਹੁਣ ਜਿਹੜਾ ਹੈਗਾ ਲੋਕਾਂ ਵੱਲੋਂ ਦੁਬਾਰਾ ਜਿਹੜਾ ਹੈਗਾ ਉਹ ਚੀਜ਼ ਨੂੰ ਲਿਆਉਣ ਵਾਸਤੇ, ਇਹਨਾਂ ਬਿਮਾਰੀਆਂ ਤੋਂ ਨਿਜਾਤ ਪਾਉਣ ਵਾਸਤੇ ਜਿਹੜਾ ਹੈਗਾ ਹੁਣ ਲੋਕਾਂ ਨੂੰ ਇਹ ਚੀਜ਼ ਦੀ ਸਮਝ ਆਈ ਆ ਵੀ ਜਿਹੜੀ ਹੈਗੀ ਆ ਰੁੱਖ ਹੀ ਬਹੁਤ ਕੁਝ ਜਿਹੜਾ ਹੈਗਾ ਸਰੀਰ ਦਾ, ਆਪਣੇ ਪਰਿਵਾਰ ਦਾ, ਸਮਾਜ ਦਾ ਜਿਹੜਾ ਹੈਗਾ ਇਹ ਠੀਕ ਕਰ ਸਕਦੇ ਨੇ। ਦੂਜਾ ਜਵਾਬ ਜਿਹੜਾ ਕਿ ਪਹਿਲਾਂ ਜੰਗਲਾਤ ਵਿਭਾਗ ਤਾਸ਼ ਕੁੱਟਦਾ ਸੀਗਾ, ਕੰਮ ਨਹੀਂ ਕੀਤਾ, ਹੁਣ ਕੰਮ ਕਰਨ ਲੱਗਾ, ਤਾਂ ਕਰਕੇ ਇਸ ਤਰੀਕੇ ਨਾਲ ਜੰਗਲ ਵਿਕਸਿਤ ਹੋਏ ਆ, ਜਾਂ ਕਾਰਨ ਪਹਿਲਾਂ ਕੁਝ ਹੋਰ ਸੀ, ਉਹ ਕਾਰਨ ਹੁਣ ਹਟ ਗਿਆ, ਇਸ ਕਰਕੇ ਸਾਰਾ ਕੁਝ ਠੀਕ ਹੋਣ ਲੱਗ ਪਿਆ? ਦੇਖੋ ਮੈਂ ਇਹ ਤਾਂ ਕਿਹਾ ਵੀ ਜਿਹੜਾ ਜੰਗਲਾਤ ਤਾਸ਼ ਕੁੱਟਦਾ, ਮੈਂ ਤਾਂ ਇੱਕ ਉਹਨਾਂ ਬਜ਼ੁਰਗਾਂ ਦੇ ਉੱਤੇ ਇਹ ਚੀਜ਼ ਦੀ ਮਾਰੀ ਸੀ। ਕਈ ਵਾਰੀ ਹੁੰਦੀਆਂ ਨੇ ਵੀ ਜਦੋਂ ਆਪਾਂ ਬੈਠਦੇ ਹਾਂ, ਹੱਸਦੇ ਹਾਂ, ਖੇਡਦੇ ਹਾਂ, ਆਪਾਂ ਆਪਣੇ ਪਰਿਵਾਰ ਦੇ ਵਿੱਚ ਲਾ ਕੇ ਦੇਖਦੇ ਹਾਂ ਵੀ ਆਪਾਂ ਸੋਚਦੇ ਹਾਂ ਵੀ ਬੱਚਿਆਂ ਨਾਲ ਕਿਵੇਂ ਆਪਾਂ ਟਾਈਮ ਪਾਸ ਕਰਨਾ ਹੈਗਾ, ਜਿਵੇਂ ਕਿਵੇਂ ਆਪਾਂ ਉਹਨਾਂ ਨੂੰ ਖੁਸ਼ ਰੱਖਣਾ ਹੈਗਾ, ਉਹ ਚੀਜ਼ਾਂ ਉਹ ਹੁੰਦੀਆਂ ਤਾਸ਼ ਦਾ। ਮਹਿਕਮਾ ਜਿਹੜਾ ਹੈਗਾ ਸਦਾ ਜਿਹੜਾ ਹੈਗਾ ਮਹਿਕਮੇ ਵੱਲੋਂ ਤੁਹਾਨੂੰ ਮੈਂ ਦੱਸਿਆ ਵੀ ਸਾਲ ਵਾਈਜ਼ ਪ੍ਰੋਜੈਕਟ ਬਣਦੇ ਨੇ ਵੀ ਅਸੀਂ ਜਿਹੜਾ ਹੈਗਾ ਇਹ ਸਾਲ ਦੇ ਵਿੱਚ ਇੰਨੇ ਬੂਟੇ ਲਾਉਣੇ ਆ, ਆਹ ਸਾਈਡਾਂ ਤੇ ਲਾਉਣੇ ਆ। ਉਹ ਮਹਿਕਮਾ ਪਹਿਲਾਂ ਵੀ ਲਾਉਂਦਾ ਆਇਆ ਤੇ ਹੁਣ ਵੀ ਲਾ ਰਿਹਾ। ਮਹਿਕਮੇ ਦੀ ਜਿਹੜੀ ਹੈਗੀ ਆ ਇਹ ਚੀਜ਼ ਦੀ ਜਿਹੜੀ ਹੈਗੀ ਆ ਅਸੀਂ ਤੁਹਾਨੂੰ ਜੰਗਲਾਂ ਦੇ ਵਿੱਚ ਵੀ ਦਿਖਾ ਸਕਦੇ ਹਾਂ। 1998 ਤੋਂ ਲੈ ਕੇ ਜਿਹੜਾ ਹੈਗਾ ਜਿਹੜਾ ਜੰਗਲ ਤਾਂ ਅਸੀਂ 2018 ਦੇ ਵਿੱਚ ਜਿਹੜਾ ਛਡਾਇਆ ਹੈਗਾ, ਅਸੀਂ ਤੁਹਾਨੂੰ 98, 99, 2000 ਤੋਂ ਜਿਹੜਾ ਸ਼ੁਰੂ ਕਰਾ ਦਿੰਦੇ ਹਾਂ ਵੀ ਉਹ ਜੰਗਲ ਜਿਹੜੇ ਛਡਾ ਕੇ ਜਿਹੜੇ ਬੂਟੇ ਲਾ ਕੇ ਅੱਜ ਬੂਟੇ ਜਿਹੜੇ ਜੰਗਲ ਦੇ ਵਿੱਚ ਪੂਰੇ ਵੱਡੇ ਬੂਟੇ ਖੜ੍ਹੇ ਨੇ, ਔਰ ਉਹ ਬੂਟੇ ਦੇਖੇ ਜਾ ਸਕਦੇ ਨੇ। ਅਸੀਂ ਤਾਂ ਇਹ ਕਹਿੰਦੇ ਵੀ ਸਾਡੇ ਨਾਲ ਚੱਲੋ ਟੀਮ, ਸਾਨੂੰ ਸਾਡੇ ਬੂਟੇ ਲੱਗੇ ਦੇਖੋ। ਮੈਂ ਲੁਧਿਆਣੇ ਜ਼ਿਲ੍ਹੇ ਦੇ ਵਿੱਚ 800 ਏਕੜ ਸਾਡੇ DFO ਸਾਹਿਬ ਦੀ ਜਿਹੜੀ ਰਹਿਨੁਮਾਈ ਦੇ ਹੇਠ ਟੀਮ ਦੇ ਹੇਠ ਸਾਰੇ 800 ਏਕੜ ਜਿਹੜਾ ਜ਼ਮੀਨ ਛਡਾ ਕੇ 2 ਸਾਲਾਂ ਦੇ ਵਿੱਚ ਜਿਹੜੇ ਬੂਟੇ ਲਾਏ ਨੇ, ਔਰ ਉਹਦੇ ਵਿੱਚ ਜੰਗਲ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਵਧੀਆ ਜੰਗਲ ਜਿਹੜਾ ਹੈਗਾ ਖੜੇ ਨੇ, ਔਰ ਦੇਖੋਗੇ ਜਾ ਕੇ ਤੁਸੀਂ ਜਿਹੜਾ ਹੈਗਾ ਤੁਹਾਡਾ ਰੂਹ ਖੁਸ਼ ਹੋਊਗੀ ਔਰ ਪਤਾ ਲੱਗੂਗਾ ਵੀ ਹਾਂ ਮਹਿਕਮਾ ਜਿਹੜਾ ਹੈਗਾ ਕੰਮ ਕਰਦਾ। ਇਹ ਵੀ ਕਹਿ ਸਕਦੇ ਹਾਂ ਕਿ ਜੋ ਦਿਖਤਾ ਹੈ ਸੋ ਵਿਕਤਾ ਹੈ, ਉਸ ਤਰੀਕੇ ਨਾਲ ਪਹਿਲਾਂ ਪ੍ਰਮੋਸ਼ਨ ਨਹੀਂ ਕਰਦਾ ਸੀ ਜੰਗਲਾਤ ਵਿਭਾਗ, ਆਪਣੇ ਕੰਮ ਦੀ ਚੁੱਪ ਚਪੀਤੇ ਕੰਮ ਕਰੀ ਜਾਂਦਾ ਸੀਗਾ। ਹੁਣ ਥੋੜਾ ਜਿਹਾ ਮੀਡੀਆ 'ਚ ਆਉਣ ਲੱਗ ਪਿਆ, ਆਪਣੇ ਕੰਮਾਂ ਨੂੰ ਦੱਸਣ ਲੱਗ ਪਿਆ, ਤੇ ਲੱਗਦਾ ਕਿ ਜੰਗਲਾਤ ਵਿਭਾਗ ਵੀ ਕੰਮ ਕਰ ਰਿਹਾ ਆ। ਪਹਿਲਾਂ ਉਹ ਚੀਜ਼ਾਂ ਲੋਕਾਂ ਦੇ ਵਿੱਚ ਜਿਹੜੀਆਂ ਉਹ ਨਹੀਂ ਆਉਂਦੀਆਂ ਸੀਗੀਆਂ। ਮੈਂ ਇਹਦੇ ਵਿੱਚ ਇਹ ਆ ਵੀ ਮੈਂ ਪਹਿਲਾਂ ਹੀ ਤੁਹਾਡਾ ਧੰਨਵਾਦ ਤਾਂ ਹੀ ਕੀਤਾ। ਅਸੀਂ ਕੰਮ ਕਰੀ ਜਾਂਦੇ ਸੀ ਵੀ ਸਾਡੀ ਚਲੋ ਡਿਊਟੀ ਹੈ, ਅਸੀਂ ਆਪਦਾ ਕੰਮ ਕਰੀ ਜਾਣਾ, ਉਹ ਬਾਕੀ ਦਿਖਦਾ ਨਹੀਂ ਸੀਗਾ। ਹੁਣ ਜਿਹੜਾ ਹੈਗਾ ਉਹ ਦਿਖਦਾ। ਹੁਣ
ਇੱਕ ਦਿਖਾਉਣਾ ਵੀ ਹੈਗਾ, ਜਿਹੜਾ ਹੈਗਾ ਵੀ ਦੱਸਣਾ ਦਿਖਾਉਣਾ, ਲੋਕਾਂ ਨੂੰ ਪਤਾ ਲੱਗੇ ਇਸ ਚੀਜ਼ ਦਾ। ਮੈਂ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਜਦੋਂ ਦੇਖਿਆ ਹੁਣ ਤੱਕ, ਮੈਂ ਸਾਡੇ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਇਹ ਨਹੀਂ ਪਤਾ ਵੀ ਜੰਗਲ ਹੈਗੇ ਆ। 60% ਬੰਦਿਆਂ ਨੂੰ ਇਹ ਨਹੀਂ ਪਤਾ ਵੀ ਜੰਗਲ ਹੈਗੇ ਆ। ਮੈਂ ਖੁਦ ਲੁਧਿਆਣੇ ਉੱਥੇ ਹੈਡਕੁਆਟਰ ਤੇ ਰਿਹਾ 6 ਸਾਲ। ਮੈਂ ਲੋਕਾਂ ਨੂੰ ਦੱਸਦਾ ਰਿਹਾ ਬਹੁਤ ਜ਼ਿਆਦਾ ਵੀ ਸਾਡੇ ਜਿਹੜਾ ਮੱਤੇ ਵਾਲੇ ਜੰਗਲ ਬਹੁਤ ਵੱਡੇ। ਸਾਡੇ ਇੱਕ ਨਾਭਾ ਜੰਗਲ ਮਸ਼ਹੂਰ ਕੀਤਾ ਵੀ ਨਾਭੇ ਜੰਗਲ ਆ, ਕਿਉਂਕਿ ਉੱਥੇ ਸੜਕ ਦੇ ਉੱਤੇ ਜਾਂਦੇ ਆ ਮੌਂਕੀ ਮਿਲਦੇ ਨੇ, ਜੰਗਲ ਦੇ ਵਿੱਚ ਹੀ ਲੰਘਦੇ ਆ। ਤੇ ਇਦੋਂ ਵੱਡਾ ਜੰਗਲ ਸਾਡੇ ਮੱਤੇ ਵਾਲੇ ਜੰਗਲ 'ਚ ਆ। ਸਾਡੀ ਡਿਵੀਜ਼ਨ ਦੇ ਵਿੱਚ, ਇਸ ਜ਼ਿਲ੍ਹੇ ਦੇ ਵਿੱਚ ਜਿਹੜਾ ਹੈਗਾ ਬਹੁਤ ਵੱਡਾ ਵਧੀਆ ਜੰਗਲ ਆ। ਔਰ ਲੋਕ ਉੱਥੇ ਜਿਹੜਾ ਹੈਗਾ ਸੈਰ ਕਰਨ ਜਾਂਦੇ ਨੇ। ਉੱਥੇ ਅਸੀਂ ਬੋਟੈਨੀਕਲ ਗਾਰਡਨ, ਬਟਰਫਲਾਈ ਗਾਰਡਨ ਵੀ ਵਿੱਚ ਬਣਾਏ ਨੇ। ਔਰ ਉਹ ਜਿਹੜੇ ਹੈਗੇ ਉੱਥੋਂ ਦੇਖਣ ਲੋਕ ਉੱਥੇ ਜਿਹੜਾ ਹੈਗਾ ਸੈਰ ਕਰਦੇ ਨੇ, ਔਰ ਉੱਥੇ ਪੂਰਾ ਆਨੰਦ ਲੈ ਰਹੇ ਨੇ ਜੰਗਲ ਦਾ। ਇਹ ਤਾਂ 227 ਏਕੜ ਆ, ਤੇ ਉੱਥੇ ਤਾਂ ਘੱਟੋ ਘੱਟ 3000 4000 ਏਕੜ ਦੇ ਵਿੱਚ ਜੰਗਲ ਜਿਹੜਾ ਹੈਗਾ ਲਗਾਤਾਰ ਲੱਗਿਆ ਹੈ ਕੰਟੀਨਿਊ। ਮੱਤੇਵਾੜ ਜੰਗਲ, ਉਸ ਜੰਗਲ ਦੀ ਗੱਲ ਕੀਤੀ ਜਾ ਰਹੀ ਹੈ ਸੋਹਣ ਸਿੰਘ ਹੋਰਾਂ ਵੱਲੋਂ, ਜਿਹਨੂੰ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਖਾਸੀ ਜਿਹੜੀ ਆ ਉਹ ਕਹਿ ਸਕਦੇ ਕਿ ਰੌਲਾ ਪਿਆ। ਮੋਹਨ ਸਿੰਘ ਹੋਰਾਂ ਦੇ ਜਿਸ ਜੰਗਲ ਦਾ ਜ਼ਿਕਰ ਕੀਤਾ, ਉਹ ਜੰਗਲ ਜਿਹੜਾ ਉਹ ਚਰਚਾ ਦੇ ਵਿੱਚ ਰਿਹਾ, ਪਰ ਉਹਦੀ ਮਹੱਤਤਾ ਕੀ ਹੈ, ਉਹ ਜੰਗਲ ਹੈ ਕਿੰਨਾ ਵੱਡਾ ਆ, ਉਹਦੇ ਉੱਤੇ ਮਿਹਨਤ ਕਿੰਨੀ ਕੀਤੀ ਜੰਗਲਾਤ ਵਿਭਾਗ ਨੇ, ਇਹ ਵੀ ਉਹ ਆਪਣੇ ਮੂੰਹੋਂ ਦੱਸਦੇ ਨੇ ਕਿ ਉਸ ਜੰਗਲ ਨੂੰ ਹਜ਼ਾਰਾਂ ਏਕੜ ਜ਼ਮੀਨ ਨੂੰ ਜਿਹੜਾ ਉਹ ਵਿਕਸਿਤ ਕਿਵੇਂ ਕੀਤਾ ਗਿਆ, ਕਿਵੇਂ ਉਹਦੇ ਵਿੱਚ ਜਿਹੜਾ ਉਹ ਵੱਖਰੇ ਵੱਖਰੇ ਪਾਰਕ ਜਿਹੜੇ ਬਣਾਏ ਗਏ। ਉਹਦੇ ਉੱਤੇ ਗੱਲ ਕਰਨ ਲਈ ਕੁਝ ਵੱਖਰੇ ਤਰੀਕੇ ਨਾਲ ਵੀ ਗੱਲਬਾਤ ਕੀਤੀ ਜਾ ਸਕਦੀ, ਪਰ ਇੱਥੇ ਅਸੀਂ ਸਿਰਫ ਜਗਰਾਓਂ ਦੇ ਇਸ ਜੰਗਲ ਦੀ ਗੱਲ ਕਰਨੀ ਹੈ ਜਿਹੜਾ ਵਿਕਸਿਤ ਹੋ ਰਿਹਾ। ਕੁੱਲ ਮਿਲਾ ਕੇ ਕਹਿ ਸਕਦੇ ਕਿ ਹੋ ਚੁੱਕਾ ਆ, ਪਰ ਅਜੇ ਜਿਹੜਾ ਕਹਿੰਦੇ ਨਾ ਕਿ ਐਨ ਸਿਖਰ ਤੇ ਹੋਏਗਾ, ਉਹ ਸਿਖਰ ਆਉਣਾ ਅਜੇ ਬਾਕੀ ਆ। ਹੋ ਸਕਦਾ ਕਿ 2 ਤੋਂ 3 ਸਾਲ ਦੇ ਵਿੱਚ ਇਹ ਜੰਗਲ ਸੱਚੀਓ ਹੀ ਜੰਗਲ ਵਰਗਾ ਨਜ਼ਰ ਆਉਣਾ ਸ਼ੁਰੂ ਹੋ ਜਾਵੇ, ਤੇ ਲੋਕਾਂ ਨੂੰ ਇੱਥੇ ਆਣ ਕੇ ਵੀ ਉਹ ਅਹਿਸਾਸ ਮੱਤੇਵਾੜ ਜੰਗਲ ਵਾਲੇ ਮਿਲ ਜਾਣ, ਤੇ ਇੱਥੇ ਵੀ ਜੰਗਲੀ ਜੀਵਾਂ ਦਾ ਰਹਿਣ ਬਸੇਰਾ ਬਣੇਗਾ, ਤੇ ਲੱਗੇ ਕਿ ਸੱਚੀਓ ਹੀ ਇਸ ਸਤਲੁਜ ਦਰਿਆ ਦੇ ਕੰਢੇ ਕੁਦਰਤ ਵਸ ਗਈ ਆਣ ਕੇ। ਤੇ ਉਸ ਕੁਦਰਤ ਦਾ ਆਨੰਦ ਲੈਣ ਲਈ ਹੋ ਸਕਦਾ ਕਿ ਬਹੁਤ ਸਾਰੇ ਲੋਕ ਆਉਣਗੇ। ਲੁਧਿਆਣਾ ਜਿਹੜਾ ਇੰਡਸਟਰੀਅਲ ਏਰੀਆ ਹੈ, ਇੰਡਸਟਰੀਅਲ ਏਰੀਏ ਦੇ ਵਿੱਚ ਕੰਕਰੀਟ ਦੇ ਜੰਗਲ ਤਾਂ ਬਹੁਤ ਦੇਖੇ ਹੋਣਗੇ ਲੋਕ ਨੇ। ਜਦੋਂ ਇੱਦਾਂ ਨਿਕਲਣਗੇ ਨਾ ਜੰਗਲਾਂ ਵੱਲ, ਤੇ ਉਹਨਾਂ ਨੂੰ ਜ਼ਿੰਦਗੀ ਜਿਉਣ ਦਾ ਸਵਾਦ ਆਵੇਗਾ, ਘੱਟੋ ਘੱਟ ਜੇ ਵੀਕਐਂਡ 'ਤੇ ਹੀ ਨਿਕਲਦੇ ਆ। ਫਿਲਹਾਲ ਗੱਲਬਾਤ ਆਪਾਂ ਮੋਹਨ ਸਿੰਘ ਹੋਰਾਂ ਨਾਲ ਅੱਗੇ ਜਾਰੀ ਰੱਖਦੇ ਹਾਂ। ਅੱਛਾ, ਇਹ ਜੰਗਲ ਲੱਗ ਗਿਆ, ਜਦੋਂ ਲੱਗ ਜਾਂਦਾ 2 ਸਾਲ ਦੇ ਬੂਟੇ ਮੇਰੇ ਖਿਆਲ ਹੋ ਗਿਆ, ਪਲ ਗਿਆ, ਤੇ ਹੁਣ ਇਹਨਾਂ ਨੇ ਆਪ ਵੀ ਬਹੁਤ ਸਾਰੀ ਖੁਰਾਕ ਲੈਣੀ ਸ਼ੁਰੂ ਕਰ ਦੇਣੀ ਆ। ਤੇ ਤੁਹਾਡੀ ਜ਼ਿੰਮੇਵਾਰੀ ਪਹਿਲਾਂ ਦੇ ਮੁਕਾਬਲੇ ਥੋੜੀ ਘਟੀ ਵੀ ਹੋ ਸਕਦੀ ਤੇ ਵਧੀ ਵੀ ਹੋ ਸਕਦੀ ਆ, ਕਿਉਂਕਿ ਜਿੱਦਾਂ ਜਿੱਦਾਂ ਬੂਟੇ ਵਧਦੇ ਆ ਜ਼ਿੰਮੇਵਾਰੀ ਵੀ ਵਧਦੀ ਆ। ਪਰ ਇਸ ਜੰਗਲ ਤੋਂ ਇਲਾਵਾ, ਇਸ ਜ਼ਿੰਮੇਵਾਰੀ ਨੂੰ ਨਿਭਾਉਣ ਤੋਂ ਇਲਾਵਾ ਵੀ ਕੁਝ ਜਿਹੜਾ ਉਹ ਤੁਹਾਡੇ ਵੱਲੋਂ ਹੁਣ ਕੀਤਾ ਜਾ ਰਿਹਾ, ਕੋਈ ਮੁਹਿੰਮ ਵਿੱਢੀ ਜਾ ਰਹੀ ਹੈ ਤਾਂ ਕਿ ਪੰਜਾਬ ਦੇ ਵਿੱਚ ਰੁੱਖਾਂ ਦੀ ਜਿਹੜੀ ਬਹੁਤਾਤ ਹੋਵੇ ਤੇ ਉਹਦਾ ਕੋਈ ਲਾਹਾ ਕਿਸੇ ਨੂੰ ਮਿਲਦਾ, ਇਕੱਲੇ ਹਵਾ ਸ਼ੁੱਧ ਹੋਣ ਦੇ ਮਾਮਲੇ 'ਚ ਨਹੀਂ, ਬਾਕੀ ਨੁਕਤਿਆਂ ਤੋਂ ਵੀ ਜਿਹੜਾ ਹੁੰਦਾ ਨਜ਼ਰ ਆਵੇ। ਦੇਖੋ ਜੀ, ਜਿਹੜਾ ਹੈਗਾ ਵੀ ਮਹਿਕਮੇ ਦੇ ਰੁੱਖਾਂ ਦੇ ਨਾਲ ਜਿਹੜਾ ਹੈਗਾ ਸਰਕਾਰ ਵੱਲੋਂ ਜਿਹੜਾ ਹੈਗਾ ਲੋਕਾਂ ਵਾਸਤੇ ਵੀ ਜਿਹੜਾ ਹੈਗਾ ਐਗਰੋ ਫੋਰੈਸਟਰੀ, ਜਿਵੇਂ ਆ ਲੋਕਾਂ ਦੇ ਖੇਤਾਂ ਦੇ ਵਿੱਚ ਜਿਹੜੇ ਬੂਟੇ ਲਾਉਣੇ ਆ, ਉਹਨਾਂ ਨੂੰ ਨਾਲੇ ਤਾਂ ਜਿਹੜੇ ਹੈਗੇ ਆ ਬੂਟੇ ਜਿਹੜੇ ਫ੍ਰੀ ਦਿੱਤੇ ਜਾਂਦੇ ਨੇ, ਤੇ ਨਾਲ ਹੀ ਉਹਨਾਂ ਨੂੰ ਜਿਹੜਾ ਹੈਗਾ 35 ਰੁਪਏ ਪਰ ਬੂਟਾ ਦਿੱਤਾ ਜਾਂਦਾ। ਉਹ ਜਿੰਨੇ ਵੀ ਜਿਹੜਾ ਹੈਗਾ ਕੋਈ 5 ਕਿੱਲੇ 10 ਕਿੱਲੇ 2 ਕਿੱਲੇ ਜਿੰਨੇ ਵੀ ਲਾਉਣਾ ਚਾਹੁੰਦੇ ਆ ਉਹ ਲਾ ਸਕਦੇ ਆ, ਔਰ ਸਰਕਾਰ ਦਾ ਜਿਹੜਾ ਇਹ ਬੈਨੀਫਿਟ ਜਿਹੜਾ ਹੈਗਾ ਇਹ ਪ੍ਰਾਪਤ ਕਰ ਸਕਦੇ ਆ। ਉਹਦੇ ਵਿੱਚ 35 ਰੁਪਏ ਜਿਹੜਾ ਹੈਗਾ ਵੀ ਪਹਿਲੇ ਸਾਲ 14 ਰੁਪਏ, ਦੂਜੇ ਸਾਲ 7 ਰੁਪਏ, ਫਿਰ 7 ਰੁਪਏ, 7 ਰੁਪਏ ਤੀਜੇ ਸਾਲ, ਐਂ ਕਰਕੇ ਉਹਨਾਂ ਨੂੰ ਜ਼ਿਮੀਂਦਾਰ ਨੂੰ ਜਿਹੜਾ ਕਿਸਾਨ ਨੂੰ ਜਿਹੜਾ 35 ਰੁਪਏ ਬੂਟਾ ਦਿੱਤਾ ਜਾਂਦਾ। ਜੇਕਰ ਉਹ ਜਿਹੜੀ ਜ਼ਮੀਨ ਆ ਮਾਲਕੀ ਲੇਡੀ ਦੇ ਨਾਂ 'ਤੇ ਆ, ਫਿਰ 50 ਰੁਪਏ ਦਿੱਤਾ ਜਾਂਦਾ। ਇਹ ਨਾਲ ਬੂਟਾ, ਤੇ ਇਹ ਸਿਰਫ ਇੱਕ ਜੰਗਲਾਂ ਨੂੰ ਵਧਾਉਣ ਲਈ ਔਰ ਹਰਿਆਲੀ ਵਧਾਉਣ ਲਈ ਕੀਤਾ ਜਾਂਦਾ। ਬਾਕੀ ਪੰਜਾਬ ਸਰਕਾਰ ਵੱਲੋਂ ਜਿਹੜਾ ਹੈਗਾ ਜਿਹੜਾ ਪਿੱਛੇ ਗੁਰੂ ਨਾਨਕ ਜੀ ਦਾ ਦਿਹਾੜਾ ਸੀਗਾ 550 ਜਿਹੜਾ ਮਨਾਇਆ ਗਿਆ ਸੀ, ਉਹ ਤਾਂ ਜਿਹੜਾ ਬੜਾ ਕਾਮਯਾਬ ਹੋ ਗਿਆ। ਹੁਣ ਜਿਹੜਾ ਹੈਗਾ 9ਵੇਂ ਪਾਤਸ਼ਾਹੀ ਜਿਨ੍ਹਾਂ ਦਾ 400 ਸਾਲਾ ਜਿਹੜਾ ਹੈਗਾ ਮਨਾਇਆ ਜਾ ਰਿਹਾ, ਔਰ ਪਿੰਡਾਂ ਦੇ ਵਿੱਚ ਸਾਰੇ ਪਿੰਡਾਂ ਦੇ ਮੇਰੇ ਵੀਰਾਂ ਨੂੰ, ਪੰਚਾਇਤਾਂ ਨੂੰ ਜਾਂ ਹੋਰ ਸਾਥੀਆਂ ਨੂੰ ਜਿਹੜਾ ਹੈਗਾ NGO ਨੂੰ ਜਿਹੜਾ ਹੈਗਾ ਪਿੰਡਾਂ ਦੇ ਉਸ ਜਵਾਨਾਂ ਨੂੰ, ਮੁੰਡਿਆਂ ਨੂੰ ਜਿਹੜਾ ਹੈਗਾ ਵੀ ਇੱਕ ਬੇਨਤੀ ਕਰਨੀ ਚਾਹੁੰਦਾ ਮੈਂ ਇਹ ਵੀ ਜਿਹੜਾ ਇਹ ਪੰਜਾਬ ਸਰਕਾਰ ਵੱਲੋਂ ਜਿਹੜਾ ਇਹ ਮੁਹਿੰਮ ਜਿਹੜੀ ਵਿੱਢੀ ਗਈ ਹੈ 400 ਬੂਟੇ ਵਾਲੀ, ਔਰ ਇਹਨੂੰ ਜਿਹੜਾ ਵੱਧ ਚੜ੍ਹ ਕੇ ਜਿਹੜਾ ਹੈਗਾ, ਕਿਉਂਕਿ ਸੀਜ਼ਨ ਜਿਹੜਾ ਹੈਗਾ ਬੂਟਿਆਂ ਦਾ ਆਪਾਂ ਤਕਰੀਬਨ ਜਿਹੜਾ ਹੈਗਾ ਇਹ ਗਰੋਥ ਦਾ ਸੀਜ਼ਨ ਹੁੰਦਾ, ਇਸ ਟਾਈਮ ਜਿਹੜੇ ਹੈਗੇ ਬੂਟੇ ਲੱਗਣੇ ਚਾਹੀਦੇ ਨੇ। ਆਪਾਂ ਵੱਧ ਤੋਂ ਵੱਧ ਜਲਦੀ ਤੋਂ ਜਲਦੀ ਜਿਹੜਾ ਹੈਗਾ ਨਰੇਗਾ ਤਹਿਤ ਜਿਹੜੇ ਬੂਟੇ 400 ਲਾਉਣੇ ਆ, ਉਹ ਇਹਨਾਂ ਨੂੰ ਆਪਾਂ ਜਲਦੀ ਤੋਂ ਜਲਦੀ ਲਾਈਏ, ਔਰ ਆਪਣੀਆਂ ਜਗ੍ਹਾ ਸਿਲੈਕਟ ਕਰਕੇ ਸਾਨੂੰ ਜਿਹੜਾ ਦੱਸਿਆ ਜਾਵੇ, ਅਸੀਂ ਦੇਖ ਕੇ ਜਿਹੜਾ ਉਹ ਜਗ੍ਹਾ ਸਿਲੈਕਟ ਕਰਕੇ ਉੱਥੇ ਬੂਟੇ ਜਿਹੜੇ ਲਾ ਕੇ ਇਹ ਵੀ 400 ਬੂਟਾ ਜਿਹੜਾ ਕਿ ਪਿੰਡਾਂ ਦੇ ਵਿੱਚ 550 ਦੀ ਤਰ੍ਹਾਂ ਇਹਨੂੰ ਵੀ ਕਾਮਯਾਬ ਕੀਤਾ ਜਾਵੇ। ਅੱਛਾ, ਇੱਕ ਚੀਜ਼ ਹੋਰ, ਜੰਗਲ ਨੂੰ ਲੈ ਕੇ ਨਾ ਲੋਕਾਂ ਦਾ ਜਿਹੜਾ ਨਜ਼ਰੀਆ ਹੁੰਦਾ ਹੈ, ਇਹ ਮੇਰਾ ਆਖਰੀ ਸਵਾਲ ਹੀ ਹੋਏਗਾ ਤਕਰੀਬਨ, ਨਜ਼ਰੀਆ ਜਿਹੜਾ ਹੁੰਦਾ ਆ ਉਹ ਕਿੱਦਾਂ ਦਾ ਆ, ਇਹ ਇਸ ਚੀਜ਼ 'ਤੇ ਨਿਰਭਰ ਕਰਦਾ ਕਿ ਉਸ ਇਲਾਕੇ ਦੇ ਵਿੱਚ ਜੰਗਲ ਕਿੰਨੇ ਆ।
ਪੰਜਾਬ ਦੇ ਵਿੱਚ ਜੰਗਲ ਨੂੰ ਲੈ ਕੇ ਸ਼ਾਇਦ ਲੋਕਾਂ ਦਾ ਨਜ਼ਰੀਆ ਉਸ ਤਰੀਕੇ ਨਾਲ ਜਿੱਦਾਂ ਤੁਸੀਂ ਦੱਸਿਆ ਆ ਕਿ ਲੁਧਿਆਣੇ ਦੇ ਵਿੱਚ ਬਹੁਤ ਲੋਕਾਂ ਨੂੰ ਨਹੀਂ ਪਤਾ ਕਿ ਸਾਡੇ ਗਵਾਂਢ ਦੇ ਵਿੱਚ ਜੰਗਲ ਵੀ ਹੈਗੇ ਆ। ਅਸੀਂ ਉੱਥੇ ਘੁੰਮ ਫਿਰ ਸਕਦੇ ਹਾਂ, ਸੈਰ ਕਰ ਸਕਦੇ, ਵੀਕਐਂਡ ਦੇ ਉੱਤੇ ਜਾ ਕੇ ਪਿਕਨਿਕ ਵੀ ਮਨਾ ਸਕਦੇ, ਘੱਟੋ ਘੱਟ ਇੰਨਾ ਕੰਮ ਵੀ ਕਰ ਸਕਦੇ ਹਾਂ ਜੇ ਸੈਰ ਕਰਨ ਨਹੀਂ ਨਿਕਲਣਾ। ਲੋਕਾਂ ਦਾ ਰੁਝਾਨ ਕਿਸ ਤਰੀਕੇ ਨਾਲ ਜੰਗਲਾਂ ਵੱਲ ਪੈਦਾ ਕਰ ਰਹੇ ਹੋ, ਕਿਸ ਤਰੀਕੇ ਨਾਲ ਉਹਨਾਂ ਨੂੰ ਦੱਸ ਰਹੇ ਹੋ ਕਿ ਜੰਗਲ ਬਹੁਤ ਮਹੱਤਵਪੂਰਨ ਨੇ ਸਾਡੀ ਇਸ ਸਰਜ਼ਮੀਨ ਦੇ ਲਈ, ਔਰ ਇਹ ਜੰਗਲ ਨਾ ਸਿਰਫ ਬਚਾਉਣੇ ਬਹੁਤ ਜ਼ਰੂਰੀ ਹੈ ਬਲਕਿ ਲਾਉਣੇ ਵੀ ਬਹੁਤ ਜ਼ਰੂਰੀ ਹੈ। ਦੇਖੋ ਜੀ, ਗੱਲ ਹੈ ਵੀ ਜਦੋਂ ਬੀਤਦੀ ਹੈ ਬੰਦੇ ਦੇ ਉੱਤੇ ਤੇ ਫਿਰ ਜਾ ਕੇ ਮਹਿਸੂਸ ਹੁੰਦਾ। ਅੱਜ ਜਿਹੜੇ ਬੰਦੇ ਇਹਨਾਂ ਬਿਮਾਰੀਆਂ ਦੇ ਵਿੱਚ ਜਕੜੇ ਹੋਏ ਨੇ ਔਰ ਉਹਨਾਂ ਬੰਦਿਆਂ ਨੂੰ ਸ਼ਹਿਰਾਂ ਦੇ ਵਿੱਚ ਮੈਂ ਇੱਕ ਬਹੁਤ ਇਹੋ ਜਿਹੇ ਵੀ ਦੇਖੇ ਨੇ ਵੀ ਆਕਸੀਜਨ ਦੀ ਘਾਟ ਕਾਰਨ ਉਹ ਸ਼ਹਿਰਾਂ ਤੋਂ ਪਲਾਟ ਵੇਚ ਕੇ, ਮਕਾਨ ਵੇਚ ਕੇ ਪਿੰਡਾਂ ਵੱਲ ਨੂੰ ਜਾਂ ਸ਼ਹਿਰ ਦੀ ਆਬਾਦੀ ਤੋਂ ਬਾਹਰ ਜਾ ਰਹੇ ਨੇ। ਉਹਦਾ ਕਾਰਨ ਇੱਕ ਇਹੀ ਆ ਵੀ ਆਕਸੀਜਨ ਦੀ ਜਿਹੜੀ ਕਮੀ ਹੈ ਉਹ ਇੱਕ ਰੁੱਖਾਂ ਤੋਂ ਹੀ ਪੈਦਾ ਹੋ ਸਕਦੀ ਹੈ। ਉਹਨਾਂ ਦੀ ਜਿਹੜੀ ਬਿਮਾਰੀ ਆ ਇਹਨਾਂ ਰੁੱਖਾਂ ਨਾਲ ਹੀ ਜਿਹੜੀ ਝੜਦੀ ਆ ਔਰ ਉਹ ਇਸੇ ਕਰਕੇ ਬਾਹਰ ਜਾ ਰਹੇ ਨੇ। ਅੱਜ ਜੇ ਸਾਡੇ ਵਿੱਚ ਇੱਥੇ ਰੁੱਖਾਂ ਦੀ ਜਿਹੜੀ ਜੇ ਘਾਟ, ਕਿਉਂਕਿ ਸਾਰੇ ਬੰਦਿਆਂ ਨੂੰ ਇਸ ਚੀਜ਼ ਦੀ ਮਹਿਸੂਸ ਹੋਣ ਲੱਗ ਗਿਆ ਹੈਗਾ ਵੀ ਜੇਕਰ ਇਹ ਜੰਗਲ ਨਾ ਰਹੇ ਤੇ ਜਿਹੜੀ ਆਕਸੀਜਨ ਦੀ ਘਾਟ ਹੋ ਜੀ, ਜੇ ਆਕਸੀਜਨ ਦੀ ਘਾਟ ਇੱਕ ਵਾਰ ਮਿਲ ਗਈ ਤੇ ਸਾਡਾ ਜਿਹੜਾ ਹੈਗਾ ਵਾਤਾਵਰਨ ਜਿਹੜਾ ਸਾਰੀ ਸ੍ਰਿਸ਼ਟੀ ਜਿਹੜੀ ਹੈਗੀ ਆ ਉਹ ਡਾਮਾਡੋਲ ਹੋ ਜਾਏਗੀ ਜੀ। ਇਹ ਚੀਜ਼ ਕਰਕੇ ਜਿਹੜੇ ਲੋਕ ਜਿਹੜੇ ਹੈਗੇ ਆ ਨਾ ਜੰਗਲਾਂ ਵੱਲ ਨੂੰ ਲੱਗੇ ਨੇ। ਔਰ ਜਿਨ੍ਹਾਂ ਬੰਦਿਆਂ ਨੂੰ ਜਿਹੜੀ ਇਹ ਚੀਜ਼ ਦੀ ਰਾਹਤ ਆਉਂਦੀ ਹੈ, ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਜਦੋਂ ਰੁੱਖ ਦੇ ਹੇਠਾਂ ਬੈਠ ਕੇ ਜਿਹੜਾ ਬੰਦਾ ਕਹਿੰਦਾ ਹੈਗਾ ਵੀ ਮੇਰੀ ਬਿਮਾਰੀ ਨਹੀਂ ਟੁੱਟਦੀ, ਇਹ ਰੁੱਖ ਦੇ ਹੇਠਾਂ ਬੈਠ ਕੇ 2 ਘੰਟੇ ਬਿਤਾ ਕੇ ਆਪਣੀ ਜਿਹੜੀ ਦਵਾਈ ਆ ਉਹ ਪਹਿਲਾਂ ਵੀ ਖਾਂਦਾ ਤੇ ਬਾਅਦ 'ਚ ਵੀ ਖਾਂਦਾ, ਉਹਦਾ ਜੇ ਦੁੱਗਣਾ ਅਸਰ ਨਾ ਹੋਵੇ ਤਾਂ ਤੁਸੀਂ ਮੈਨੂੰ ਦੱਸ ਦਿਓ। ਇਹ ਰੁੱਖਾਂ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਹੈਗੀਆਂ, ਇਹੋ ਜਿਹੀਆਂ ਐਨਰਜੀਆਂ ਹੈਗੀਆਂ ਵੀ ਇਹਨਾਂ ਰੁੱਖਾਂ ਦੇ ਨਾਲ ਜਿਹੜਾ ਹੈਗਾ ਬਹੁਤ ਤਰ੍ਹਾਂ ਦੀ ਜਿਹੜੀ ਰਾਹਤ ਸਰੀਰ ਨੂੰ ਮਿਲਦੀ ਆ। ਇਸ ਇਕੱਲੇ ਸਰੀਰ ਨੂੰ ਨਹੀਂ ਰਾਹਤ ਮਿਲਦੀ, ਤੁਹਾਡੇ ਜਿਹੜੇ ਵਹੀਕਲ ਆ ਤੇ ਵਹੀਕਲਾਂ ਨੂੰ ਵੀ ਤੁਸੀਂ ਦੇਖ ਲਓ। ਜਿਹੜਾ ਬੰਦਾ ਤੁਹਾਡਾ ਵਹੀਕਲ ਤੀਜੇ ਦਿਨ ਖਰਾਬ ਰਹਿੰਦਾ, ਉਹ ਵਹੀਕਲ ਨੂੰ ਵੀ ਲਾ ਕੇ ਦੇਖ ਲਓ ਤੁਸੀਂ, ਉਹਦੇ ਉੱਤੇ ਵੀ ਇਸਤੇਮਾਲ ਕਰਕੇ ਦੇਖ ਲਓ। ਇਹ ਤਾਂ ਆਪਣਾ ਸਰੀਰ ਆ, ਤੁਸੀਂ ਉਹਦੇ ਉੱਤੇ ਵੀ ਜਿਹੜਾ ਹੈਗਾ ਤੁਹਾਨੂੰ ਇਹ ਪੋਜ਼ਿਟਿਵ ਰਿਜ਼ਲਟ ਆਊਗਾ ਰੁੱਖਾਂ ਦੇ ਹੇਠ ਬੈਠਣ ਦਾ। ਔਰ ਜਦੋਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਲੋਕਾਂ ਨੂੰ ਪਤਾ ਲੱਗਦਾ, ਲੋਕਾਂ ਨੂੰ ਜਿਹੜਾ ਹੈਗਾ ਇੱਕ ਦੂਏ ਤੋਂ ਸੁਣਦੇ ਨੇ, ਇੱਕ ਦੂਏ ਦੀ ਬਿਮਾਰੀ ਠੀਕ ਹੋਣ ਨਾਲ, ਔਰ ਉਹ ਚੀਜ਼ ਜਿਹੜੇ ਹੈਗੇ ਉਹ ਲੋਕ ਜੰਗਲਾਂ ਦੇ ਵਿੱਚ ਜਾਂ ਪਾਰਕਾਂ ਦੇ ਵਿੱਚ ਸੈਰ ਕਰਨ ਵਾਸਤੇ ਤਾਂ ਇਸ ਕਰਕੇ ਭੱਜਦੇ ਨੇ। ਹੁਣ ਕਈ ਜਗ੍ਹਾ ਦੇ ਉੱਤੇ ਪਾਰਕਾਂ ਦੇ ਉੱਤੇ ਟਿਕਟਾਂ ਲੱਗੀਆਂ ਹੁੰਦੀਆਂ, ਹੋਰ ਹੁੰਦੀਆਂ, ਅਗਲੇ ਪੈਸੇ ਪੇ ਕਰਕੇ ਵੀ ਉੱਥੇ ਪਾਰਕਾਂ ਦੇ ਵਿੱਚ ਸੈਰ ਕਰਦੇ ਨੇ। ਉਹਦਾ ਕਾਰਨ ਸਿਰਫ ਇਹੀ ਹੈ ਕਿ ਗ੍ਰੀਨਰੀ, ਇੱਕ ਜਿਹੜਾ ਹੈਗਾ ਰੁੱਖਾਂ ਤੋਂ ਜਿਹੜੀ ਆਕਸੀਜਨ, ਉਹ ਜਿਹੜੀ ਹੈ ਮੁਫਤ ਦੀ ਜਿਹੜੀ ਆਕਸੀਜਨ ਆ ਉਹ ਪ੍ਰਾਪਤ ਕਰਦੇ ਨੇ। ਇਹ ਰੁੱਖ ਜਿਹੜੇ ਆ ਹੁਣ ਇਹ ਜੰਗਲ 48,000 ਬੂਟਾ ਲੱਗਿਆ, ਇੱਥੋਂ ਜਿਹੜੀ ਹੈਗੀ ਆ ਆਕਸੀਜਨ ਕਰੋੜਾਂ ਰੁਪਈਏ ਦੀ ਆਕਸੀਜਨ ਜਿਹੜੀ ਹੈਗੀ ਆ ਇਹ ਲੋਕਾਂ ਨੂੰ ਜਾਣੀ ਆ, ਇਹਨਾਂ ਲੋਕਾਂ ਨੂੰ ਜਾਣੀ ਆ। ਠੀਕ ਆ, 10% ਬੰਦੇ ਜਿਨ੍ਹਾਂ ਕੋਲ ਕਬਜ਼ਾ ਸੀਗਾ ਉਹਨਾਂ ਤੋਂ ਛਡਾ ਲਿਆ, ਪਰ ਇਹਦਾ ਜਿਹੜਾ ਹੈਗਾ 90% ਲੋਕਾਂ ਨੂੰ ਜਿਹੜਾ ਉਹਨਾਂ ਨੂੰ ਜਿਹੜਾ ਜਿਨ੍ਹਾਂ ਨੂੰ ਕੋਈ ਵੀ ਇੱਥੇ ਇਹਦੇ ਵਿੱਚ ਲਾਲਚ ਨਹੀਂ ਸੀ, ਕੁਛ ਹੋਰ ਨਹੀਂ ਸੀ, ਉਹਨਾਂ ਨੂੰ ਆਕਸੀਜਨ ਔਰ ਉਹਨਾਂ ਨੂੰ ਆਨੰਦ, ਔਰ ਇਹਨਾਂ ਨੂੰ ਜਿਹੜਾ ਹੈਗਾ ਇੱਥੋਂ ਮੰਨ ਲਓ ਜੇ ਘਾਹ ਹੁੰਦਾ, ਘਾਹ ਪੱਠੇ ਵੱਢ ਕੇ ਲੈ ਕੇ ਜਾਂਦੇ ਨੇ, ਉਹਨਾਂ ਦਾ ਆਨੰਦ। ਇੱਕ ਇਹ ਜਾਨਵਰਾਂ ਵਾਸਤੇ, ਪਸ਼ੂਆਂ ਵਾਸਤੇ ਇਹਨਾਂ ਚੀਜ਼ਾਂ ਦਾ ਵੀ ਬਹੁਤ ਆਨੰਦ ਆਉਂਦਾ ਨਾ। ਲੋਕ ਕਿਉਂ ਨਹੀਂ ਇਸ ਚੀਜ਼ ਨੂੰ ਉਹ ਕਰਨਗੇ, ਜਿਹੜਾ ਹੈਗਾ ਵੀ ਖੁਸ਼ ਹੋਣਗੇ ਵੀ ਜੰਗਲ ਸਾਡੇ ਹੋਣੇ ਚਾਹੀਦੇ ਨੇ। ਔਰ ਹੋਣਾ ਬਣਦਾ ਵੀ ਆ, ਕਿਉਂਕਿ ਕਹਿੰਦੇ ਹੁੰਦੇ ਨਾ ਕਿ ਇੱਕ ਰੁੱਖ ਤੇ 100 ਸੁੱਖ। ਇੱਥੇ ਤਾਂ 48,000 ਬੂਟੇ ਲੱਗਿਆ, ਤੇ ਜੇ ਇੱਕ ਰੁੱਖ ਦੇ 100 ਸੁੱਖ ਹੋਣਗੇ ਤੇ 48,000 ਬੂਟਿਆਂ ਦੇ ਨਾਲ ਸੁੱਖ ਕਿੰਨਾ ਮਿਲੇਗਾ, ਕਿੰਨੀਆਂ ਚੀਜ਼ਾਂ ਹੋਣਗੀਆਂ, ਉਹ ਅਸੀਂ ਸਹਿਜੇ ਅੰਦਾਜ਼ਾ ਲਾ ਸਕਦੇ ਹਾਂ। ਮੋਹਨ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ, ਔਰ ਸ਼ੁਕਰੀਆ ਇਸ ਜੰਗਲ ਨੂੰ। ਹਾਲਾਂਕਿ ਤੁਹਾਡੀ ਡਿਊਟੀ ਹੈ, ਤੁਹਾਨੂੰ ਤਨਖਾਹ ਹੀ ਇਸ ਚੀਜ਼ ਦੀ ਮਿਲਦੀ ਹੈ, ਪਰ ਫਿਰ ਵੀ ਇਮਾਨਦਾਰੀ ਨਾਲ ਜੇ ਕੰਮ ਕੀਤਾ, ਜੇ ਚੰਗੇ ਤਰੀਕੇ ਨਾਲ ਸ਼ਿੱਦਤ ਨਾਲ ਕੰਮ ਕੀਤਾ, ਤੇ ਲੱਗਦਾ ਕਿ ਸ਼ੁਕਰੀਆ ਕਰਨਾ ਬਣਦਾ। ਗੱਲਬਾਤ ਕਰਨ ਲਈ ਵੀ ਸ਼ੁਕਰੀਆ, ਔਰ ਇਹ ਭਵਿੱਖ ਦੇ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ 48,000 ਰੁੱਖ ਆਪਣੇ ਵਿਭਾਗ ਦੇ ਜ਼ਰੀਏ ਪੰਜਾਬ ਦੇ ਲੋਕਾਂ ਨੂੰ ਦੇਣ ਲਈ ਵੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਧੰਨਵਾਦ ਜੀ, ਬਹੁਤ ਬਹੁਤ। ਔਰ ਇਸ ਰੇਂਜ ਦੇ ਵਿੱਚ 192 ਪਿੰਡ ਪੈਂਦੇ ਆ। ਮੈਂ ਇੱਕ ਚੀਜ਼ ਇਹ ਕਹਿਣਾ ਚਾਹੁੰਦਾ, 192 ਪਿੰਡਾਂ ਦੇ ਵਿੱਚ ਤਾਂ ਹੀ ਮੈਂ ਬੇਨਤੀ ਕਰ ਰਿਹਾ ਵੀ ਜਿਹੜਾ ਹੈਗਾ ਵੱਧ ਤੋਂ ਵੱਧ ਜਿਹੜਾ ਹੈਗਾ ਇਹ ਸਮੇਂ ਦਾ ਆਪਾਂ ਜਿਹੜਾ ਲਾਹਾ ਲੈ ਕੇ ਜਿਹੜੇ ਵੱਧ ਤੋਂ ਵੱਧ ਬੂਟੇ ਲਾਈਏ, ਔਰ ਵੱਧ ਤੋਂ ਵੱਧ ਜਿਹੜਾ ਹੈਗਾ ਮਹਿਕਮੇ ਨਾਲ ਤਾਲਮੇਲ ਕਰਕੇ ਜਿਹੜਾ ਹੈਗਾ, ਔਰ ਨਰੇਗਾ ਦੇ ਵਿੱਚ ਨਾਲ ਤਾਲਮੇਲ ਕਰਕੇ ਜਿਹੜਾ ਹੈਗਾ ਇਸ ਵਾਤਾਵਰਨ ਨੂੰ ਸਾਫ਼ ਕਰਨ ਲਈ ਆਪਾਂ ਜਿਹੜਾ ਯੋਗਦਾਨ ਪਾਈਏ। ਇਹ ਬੜੇ ਕਰਮਾਂ ਵਾਲੇ ਆ ਅਸੀਂ ਆਪਣੇ ਆਪ ਨੂੰ ਕਰਮਾਂ ਵਾਲੇ ਬੜੇ ਮਹਿਸੂਸ ਕਰਦੇ ਹਾਂ ਵੀ ਇਸ ਮਹਿਕਮੇ ਦੇ ਵਿੱਚ ਸਾਨੂੰ ਜਿਹੜੀ ਜੋਬ ਮਿਲੀ, ਔਰ ਅਸੀਂ ਜਿਹੜਾ ਬੂਟਾ ਬੀਜ ਤੋਂ ਪਾਲ ਕੇ ਜਿਹੜਾ ਹੈਗਾ ਵੱਡਾ ਕਰਕੇ ਜਿਹੜਾ ਜੰਗਲਾਂ ਦੇ ਵਿੱਚ ਬੂਟਾ ਲਾ ਕੇ ਅਸੀਂ ਉਹਨੂੰ ਪਾਲਦੇ ਹਾਂ, ਔਰ ਇਹ ਜਿਹੜਾ ਕਾਮਯਾਬ ਹੁੰਦਾ। ਔਰ ਇਹਦੇ ਵਿੱਚ ਹੀ ਫਿਰ ਅਸਲੀਅਤ ਮੰਨਣੀ ਆ ਤੁਸੀਂ, ਜਦੋਂ ਪਿੱਛੇ ਵੀ ਜਿਹੜੇ ਬੂਟੇ ਲੱਗੇ ਨੇ ਉਹਨਾਂ ਦੇ ਵਿੱਚ ਜਦੋਂ ਅਸੀਂ ਨਿਕਲਦੇ ਹਾਂ, ਇੱਕ ਆਨੰਦ ਵੱਖਰਾ ਹੀ ਆਉਂਦਾ, ਇੱਕ ਸਕੂਨ ਵੱਖਰਾ ਹੀ ਆਉਂਦਾ, ਜਿਹੜਾ ਹੈਗਾ ਵੀ ਇਹ ਲੱਗਦਾ ਵੀ ਹਾਂ ਯਾਰ ਅਸੀਂ ਕੁਛ ਕੀਤਾ ਹੈਗਾ। ਬਿਲਕੁਲ, ਇਹ ਜਿਹੜਾ ਹੈਗਾ ਪਬਲਿਕ ਦਾ ਜਿਹੜਾ ਸਰਮਾਇਆ, ਪਬਲਿਕ ਦਾ ਜਿਹੜਾ ਸਾਰਾ ਕੁਛ ਇਹ ਪਬਲਿਕ ਦਾ, ਇਹ ਜਿਹੜਾ ਹੈਗਾ ਇਹ ਜੰਗਲ ਵੀ ਜਿਹੜੇ ਪਬਲਿਕ ਦੇ ਨੇ, ਪਰ ਇਹ ਹੈ ਵੀ ਲੋਕਾਂ ਨੂੰ ਜਿਹੜਾ ਹੈਗਾ ਇਹਨਾਂ ਨੂੰ ਸਾਂਭ ਕੇ ਜਿਹੜਾ ਹੈਗਾ ਮਹਿਕਮੇ ਦੇ ਨਾਲ ਜਿਹੜਾ ਇਹਦਾ ਸਾਥ ਦੇਣਾ ਚਾਹੀਦਾ, ਇਹਨੂੰ ਵਧਣ ਫੁੱਲਣ ਦੇ ਵਿੱਚ ਜਿਹੜਾ ਇਹਦਾ ਸਾਥ ਦੇਣਾ ਚਾਹੀਦਾ, ਔਰ ਇਹਦਾ ਜਿਹੜਾ ਹੈਗਾ ਆਨੰਦ ਲੈਣਾ ਚਾਹੀਦਾ। ਬਹੁਤ ਬਹੁਤ ਸ਼ੁਕਰੀਆ ਜੀ। ਸਾਡੀ ਕੋਸ਼ਿਸ਼ ਸੀਗੀ
ਕਿ ਜੰਗਲ ਰਾਜ ਦੀ ਤਾਂ ਰੋਜ਼ ਗੱਲ ਕਰਦੇ ਹਾਂ ਆਪਾਂ ਚੈਨਲ ਦੇ ਜ਼ਰੀਏ, ਪਰ ਜੰਗਲ ਦੀ ਵੀ ਗੱਲ ਕੀਤੀ ਜਾਵੇ, ਕੁਝ ਜੰਗਲਾਂ ਦੇ ਵਿੱਚ ਫੇਰਾ ਵੀ ਪਾਇਆ ਜਾਵੇ, ਦੱਸਿਆ ਜਾਵੇ ਕਿ ਜਿੱਥੇ ਇਹ ਰੁੱਖ ਮਨੁੱਖੀ ਸਰੀਰ ਦੇ ਲਈ, ਉਹਦੀ ਸਿਹਤ ਲਈ ਚੰਗੇ ਆ, ਉੱਥੇ ਹੀ ਸਾਡੇ ਪੰਜਾਬ ਦੀ ਜਿਹੜੀ ਮਿੱਟੀ ਆ, ਜਿਹੜੀ ਜ਼ਮੀਨ ਆ, ਉਹਦੀ ਸਿਹਤ ਲਈ ਵੀ ਬਹੁਤ ਚੰਗੇ ਆ। ਹੁਣ ਜੇ ਸਤਲੁਜ ਦਰਿਆ ਦੇ ਕੰਢੇ ਇਹ ਜੰਗਲ ਲੱਗਾ ਆ ਤੇ ਕੱਲ ਜਦੋਂ ਪਾਣੀ ਬਹੁਤਾ ਜ਼ਿਆਦਾ ਆ ਗਿਆ, ਵਰਨਾ ਇਹਨੇ ਆਪਣੇ ਕੰਢਿਆਂ ਨੂੰ ਰੋੜ ਕੇ ਲੈ ਜਾਣਾ, ਤੇ ਜੇ ਇਹ ਜੰਗਲ ਹੋਊਗਾ ਤੇ ਉਹ ਖੋਰ ਜਿਹੜੀ ਹੈ ਕੰਢਿਆਂ ਨੂੰ ਲੱਗਦੀ ਨਜ਼ਰ ਨਹੀਂ ਆਏਗੀ। ਬਹੁਤ ਕੁਝ ਬਚਦਾ ਵੀ ਨਜ਼ਰ ਆਏਗਾ ਤੇ ਬਹੁਤ ਕੁਝ ਮਿਲਦਾ ਵੀ ਇਸ ਜੰਗਲ ਦੇ ਨਾਲ ਸਾਨੂੰ ਨਜ਼ਰ ਆਏਗਾ। ਉਮੀਦ ਰੱਖਦੇ ਹਾਂ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਲੋੜੀਂਦਾ ਆ ਇੰਜ ਜੰਗਲ ਲਾਉਣਾ, ਉੱਥੇ ਜੰਗਲਾਤ ਵਿਭਾਗ ਵੀ ਆਪਣੇ ਤਰੀਕੇ ਨਾਲ ਕੰਮ ਕਰੇਗਾ, ਪਿੰਡਾਂ ਦੇ ਲੋਕ ਵੀ ਆਪਣੀ ਜ਼ਿੰਮੇਵਾਰੀ ਸਮਝਣਗੇ, ਸ਼ਹਿਰਾਂ ਦੇ ਲੋਕ ਵੀ ਸਮਝਣਗੇ ਕਿ ਕੰਕਰੀਟ ਦੇ ਜੰਗਲ ਹੀ ਸਾਡੀ ਜ਼ਿੰਦਗੀ ਜਿਉਣ ਲਈ ਕਾਫੀ ਨਹੀਂ ਹੈ। ਇਹ ਰੁੱਖਾਂ ਵਾਲੇ ਹਰੇ ਭਰੇ ਜੰਗਲ ਵੀ ਜ਼ਿੰਦਗੀ ਲਈ ਜ਼ਿਆਦਾ ਮਹੱਤਵਪੂਰਨ ਨੇ। ਕੈਮਰਾਮੈਨ ਪ੍ਰਵੀਨ ਬੌਬੀ ਦੇ ਨਾਲ ਜਸਵੀਰ, ਟੀਵੀ ਪੰਜਾਬ, ਜਗਰਾਉਂ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।